ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸ੍ਰੀ ਜਪਜੀ ਸਾਹਿਬ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਸੋ ਪਾਵਨ ਉਪਦੇਸ਼ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਦੋ ਪੌੜੀਆਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਗੁਰਸਿੱਖੀ ਦਾ ਬਹੁਤਾ ਜ਼ਿਆਦਾ ਸਿਧਾਂਤ 80% ਸਿਧਾਂਤ ਪਹਿਲੀਆਂ ਦੋ ਪੌੜੀਆਂ ਵਿੱਚ ਹੀ ਆ ਚੁੱਕਾ ਹੈ। ਗੁਰਸਿੱਖ ਨੇ ਰਹਿਣਾ ਕਿਵੇਂ, ਜਿਉਣਾ ਕਿਵੇਂ ਹੈ। ਸੋ ਹੁਣ ਸਿੱਧਾਂ ਨੇ ਜੋ ਬੇਨਤੀਆਂ ਕੀਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕੁਝ ਪ੍ਰਸ਼ਨ ਹਨ ਕਿ ਕਿਸ ਪ੍ਰਕਾਰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕੌਣ ਗਾਇਨ ਕਰਦਾ ਹੈ। ਸੋ ਜਿਸ ਵਿੱਚ ਜਿੰਨਾ ਕੁ ਬਲ ਹੁੰਦਾ ਓਨਾ ਕੀ ਉਹ ਪਰਮਾਤਮਾ ਨੂੰ ਗਾ ਰਿਹਾ। ਇਹ ਵੀ ਸਿੱਧਾਂ ਦੇ ਅੰਦਰ ਦੀ ਇੱਕ ਚਲਾਕੀ ਸੀ ਕਿ ਜੇ ਕੋਈ ਮਹਾਰਾਜ ਕਿਸੇ ਬਾਰੇ ਦੱਸਣਗੇ ਕਿ ਉਹਦੇ ਤਾਣ ਨੂੰ ਫਲਾਨਾ ਬੰਦਾ ਗਾਉਂਦਾ, ਉਹਦੇ ਬਲ ਨੂੰ ਗਾਉਂਦਾ ਹੈ, ਤਾਂ ਇੱਥੋਂ ਅੰਦਾਜ਼ਾ ਹੋ ਜਾਵੇਗਾ ਕਿ ਚਲੋ ਕੋਈ ਬੰਦਾ ਉਹਦੇ ਗੁਣ ਗਾ ਸਕਦਾ ਜਾਂ ਉਹਦੇ ਬਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ, ਕਿਉਂਕਿ ਬਹੁਤ ਤੇਜ਼ ਦਿਮਾਗ, ਤੇਜ਼ ਬੁੱਧੀਆਂ ਜਿਨ੍ਹਾਂ ਸਿੱਧਾਂ ਦੀਆਂ ਸਨ, ਸਿਆਣਪਾਂ ਚਤੁਰਾਈਆਂ ਦੇ ਨਾਲ ਹਰ ਇੱਕ ਨੂੰ ਜਿੱਤ ਲੈਣ ਵਾਲੇ ਸਿੱਧ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਜਿੱਤਣਾ ਚਾਹੁੰਦੇ ਹਨ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਪਹਿਲਾ ਭਾਵ ਇਹ ਹੈ ਕਿ ਜੇ ਕਿਸੇ 'ਚ ਬਲ ਹੋਵੇ ਤਾਂ ਹੀ ਉਹਦੇ ਬਲ ਨੂੰ ਕਥਨ ਕਰੇਗਾ। ਸੋ ਜਿੰਨਾ ਕਿਸੇ ਦਾ ਬਲ ਹੈ ਓਨਾ ਹੀ ਬਲ ਉਹ ਦੂਸਰੇ ਦਾ ਗਾ ਸਕਦਾ, ਪਰਮੇਸ਼ਰ ਦਾ। ਜਿਵੇਂ ਉਦਾਹਰਨ ਵਜੋਂ 5 ਕਿਲੋ ਦਾ ਵੱਟਾ 5 ਕਿਲੋ ਹੀ ਚੀਜ਼ ਤੋਲ ਸਕਦਾ। ਜੇ ਅਸੀਂ ਕਹੀਏ 5 ਕਿਲੋ ਦਾ ਵੱਟਾ 100 ਕਿਲੋ ਨੂੰ ਤੋਲ ਦੇਵੇ, ਉਹ ਤਾਂ ਮੁਸ਼ਕਿਲ ਹੈ ਉਹਦੇ ਵਾਸਤੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਿੱਧੋ ਜਿਹੜੀ ਮਨੁੱਖ ਦੀ ਬੁੱਧੀ ਹੈ ਇਹ ਤਾਂ ਪਰਮਾਤਮਾ ਦੇ ਸਾਹਮਣੇ ਕੁਝ ਵੀ ਨਹੀਂ ਹੈ। ਉਹ ਤਾਂ ਇੰਨਾ ਜ਼ਿਆਦਾ ਵੱਡਾ ਹੈ, ਘੱਟ ਤੋਂ ਘੱਟ ਸਭ ਤੋਂ ਛੋਟਾ 1 ਗ੍ਰਾਮ ਹੁੰਦਾ। ਉਹਦੇ ਵਿੱਚ ਵੀ ਫਿਰ ਅੱਗੇ ਰੱਤੀਆਂ ਹੁੰਦੀਆਂ ਨੇ, ਏਕ ਰੱਤੀ ਬਿਨ ਏਕ ਰੱਤੀ ਕੇ, ਲਾਲੜੀ ਵੀ ਕਹਿੰਦੇ ਉਹਨੂੰ, ਰੱਤੀ। ਬਿਲਕੁਲ ਥੋੜਾ ਜਿਹਾ ਭਾਰ ਜਿਸ ਇਨਸਾਨੀ ਬੁੱਧੀ ਦਾ ਹੈ, ਉਹ ਇੰਨਾ ਵੱਡਾ ਜੋ ਪਰਮਾਤਮਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ, ਫਿਰ ਉਹ ਪਰਮਾਤਮਾ ਦੇ ਬਲ ਨੂੰ ਸਧਾਰਨ ਬੁੱਧੀ ਮਨੁੱਖ ਦੀ ਕਿਵੇਂ ਗਾ ਸਕਦੀ। ਸੰਪੂਰਨ ਰੂਪ ਵਿੱਚ ਉਹਨੂੰ ਗਾਇਆ ਨਹੀਂ ਜਾ ਸਕਦਾ। ਹਾਂ, ਇੰਨਾ ਹੋ ਸਕਦਾ ਹੈ, ਦੂਸਰੇ ਭਾਵ ਅਰਥ ਵਿੱਚ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਕਹਿੰਦੇ ਜਿੰਨਾ ਕਿਸੇ 'ਚ ਬਲ ਹੁੰਦਾ ਉਹਦੇ ਅਨੁਸਾਰ ਹੀ ਕੋਈ ਪਰਮਾਤਮਾ ਦੇ ਬਲ ਨੂੰ ਗਾਉਂਦਾ ਹੈ। ਜਿਵੇਂ ਚਿੜੀ ਆਪਣੇ ਥਾਂ ਗਾਉਂਦੀ ਹੈ, ਕੀੜੀ ਆਪਣੇ ਥਾਂ ਬੋਲਦੀ ਹੈ, ਮਨੁੱਖ ਆਪਣੇ ਥਾਂ ਬੋਲਦਾ ਹੈ। ਹੁਣ ਜਿੰਨਾ ਜਿੰਨਾ ਕਿਸੇ 'ਚ ਬਲ ਹੈ, 1 ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ 20, ਇਹ ਤਾਂ ਅਵਸਥਾ ਹੈ। ਕੋਈ ਸਧਾਰਨ ਜਗਿਆਸੂ ਇੱਕ ਜ਼ੁਬਾਨ ਨਾਲ ਗਾਉਂਦਾ, ਕੋਈ ਰੋਮ ਰੋਮ ਉਸ ਨੂੰ ਗਾਉਂਦਾ, ਕਿਸੇ ਨੂੰ ਪਰਮਾਤਮਾ ਚਾਰੇ ਪਾਸੇ ਹੀ ਨਜ਼ਰ ਆਉਂਦਾ, ਉਹ ਉਹਦੇ ਬਲ ਨਾਲ ਪਰਮਾਤਮਾ ਦੇ ਬਲ ਦਾ ਸਦਕਾ ਪਰਮਾਤਮਾ ਨੂੰ ਗਾਉਂਦਾ, ਜਿੰਨੀ ਕਿਸੇ ਵਿੱਚ ਹਿੰਮਤ ਸ਼ਕਤੀ ਦਿੱਤੀ ਵਾਹਿਗੁਰੂ ਨੇ। ਗਾਵੈ ਕੋ ਦਾਤ ਜਾਣੈ ਨੀਸਾਨ। ਨੀਸਾਨ ਹੁੰਦਾ ਪ੍ਰਗਟ, ਸਾਹਮਣੇ ਜੋ ਦਾਤਾਂ ਵਾਹਿਗੁਰੂ ਦੇ ਰਿਹਾ, ਉਹ ਦਾਤਾਂ ਹੀ ਨਹੀਂ ਆਪਣੇ ਤੋਂ ਜਾਣੀਆਂ ਜਾਂਦੀਆਂ, ਤੇ ਫਿਰ ਉਹਦੇ ਵਾਹਿਗੁਰੂ ਦੇ ਜੋ ਬਲ ਹੈ ਉਹਨੂੰ ਕੌਣ ਗਾ ਸਕਦਾ। ਕਿਉਂਕਿ ਉਹਦੀਆਂ ਦਾਤਾਂ ਸੰਸਾਰ ਅੰਦਰ ਜੇ ਦੇਖੀਏ ਤੇ ਕਿੰਨੀ ਦੁਨੀਆ ਤੇ ਕਿੰਨੀ 84 ਲੱਖ ਜੂਨ ਹੈ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਦਾਤਾਂ ਦੇ ਰਹੇ ਨੇ। ਨਾ ਤਾਂ ਆਪਾਂ 84 ਦੀ ਗਿਣਤੀ ਕਰ ਸਕਦੇ ਹਾਂ ਸੰਪੂਰਨ ਰੂਪ ਵਿੱਚ, ਨਾ ਹੀ ਆਪਾਂ ਵਾਹਿਗੁਰੂ ਦੀਆਂ ਦਾਤਾਂ ਨੂੰ ਗਿਣ ਸਕਦੇ ਹਾਂ।
पर एक चीज है कि गावै को दात जाने नीसान तो भाव ये जरूर है कि कोई पुरुष परमात्मा ਦੀਆਂ ਦਾਤਾਂ ਨੂੰ ਨੀਸਾਨ ਦਾ ਮਤਲਬ ਹੈ ਪ੍ਰਗਟ ਕਰਕੇ ਉਹਦੇ ਜਸ ਨੂੰ ਲਾਉਂਦਾ ਹੈ। ਦਾਤਾਂ ਦਾ ਤਾਂ ਨਹੀਂ ਅੰਤ ਪਾ ਸਕਦੇ, ਨਾ ਹੀ ਦਾਤੇ ਦਾ ਅੰਤ ਪਾ ਸਕਦੇ ਆ, ਨਾ ਹੀ ਉਹਦਾ ਬਲ ਜਾਣ ਸਕਦੇ ਆ, ਪਰ ਇੰਨਾ ਜਾਣ ਲਓ ਕਿ ਉਹਦੀਆਂ ਦਾਤਾਂ ਜਿਹਨੂੰ ਮਿਲ ਜਾਂਦੀਆਂ ਨੇ ਉਹ ਲੋਕਾਂ ਦੇ ਵਿੱਚ ਕਹਿੰਦਾ ਫਿਰਦਾ ਮੈਨੂੰ ਰੱਬ ਨੇ ਆਹ ਦਾਤ ਦਿੱਤੀ, ਮੈਨੂੰ ਆਹ ਦਾਤ ਦਿੱਤੀ, ਮੈਨੂੰ ਰੱਬ ਨੇ ਆਹ ਚੀਜ਼ਾਂ ਦੇਤੀਆਂ। ਇਸ ਤਰ੍ਹਾਂ ਜਿੰਨੀ ਕਿ ਕਿਸੇ ਨੂੰ ਦਾਤ ਮਿਲਦੀ ਹੈ ਉਹ ਦਾਤ ਅਨੁਸਾਰ ਹੀ ਪ੍ਰਮਾਤਮਾ ਨੂੰ ਗਾਉਂਦਾ, ਪਰ ਸਮੁੱਚੇ ਰੂਪ ਵਿੱਚ ਕੋਈ ਪ੍ਰਮਾਤਮਾ ਨੂੰ ਗਾ ਨਹੀਂ ਸਕਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਉਸ ਦੇ ਗੁਣ ਤੇ ਚਾਰ ਦਾ ਅਰਥ ਹੁੰਦਾ ਸੁੰਦਰ, ਚਾਰੂ। ਇਹ ਐਸੇ ਅੱਖਰ ਹਨ ਜੋ ਕਈ ਵਾਰ ਸਮਝ ਵਿੱਚ ਨਹੀਂ ਪੈਂਦੇ। ਚਾਰ, ਚਾਰ ਤੋਂ ਆਚਾਰ ਵੀ ਬਣਦਾ, ਆਚਰਣ। ਚਾਰ ਦਾ ਅਰਥ ਚਾਰ ਵੀ ਹੈ, ਚਾਰ ਯੁੱਗ। ਚਾਰ ਦਾ ਅਰਥ ਸੁੰਦਰ ਵੀ ਹੈ। ਉਹਦੇ ਗੁਣ ਤੇ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ ਜਦੋਂ, ਉਹਦੇ ਫਿਰ ਬਲ ਨੂੰ ਕੌਣ ਗਾ ਸਕਦਾ। ਕਹਿਣ ਦਾ ਭਾਵ ਹੈ ਹੋਵੇ ਕਿਸੇ ਤਾਣ ਗਾਵੇ ਕੋ ਤਾਣ। ਕੋਈ ਤਾਣ ਤਾਂ ਗਾ ਸਕਦਾ ਜੇ ਕਿਸੇ ਵਿੱਚ ਬਲ ਹੋਵੇ, ਕੋਈ ਉਹਦੇ ਬਲ ਨੂੰ ਤਾਂ ਗਾ ਸਕਦਾ ਜੇ ਪਹਿਲਾਂ ਉਹਦੀਆਂ ਦਾਤਾਂ ਨੂੰ ਗਿਣ ਕੇ ਦੱਸੇ, ਕੋਈ ਉਹਦੀਆਂ ਵਡਿਆਈਆਂ ਸੁੰਦਰ ਵਡਿਆਈਆਂ ਨੂੰ ਤਾਂ ਗਾ ਸਕਦਾ ਹੈ ਜੇ ਉਸ ਅਕਾਲ ਪੁਰਖ ਬਾਰੇ ਉਹ ਜਾਣ ਸਕਦਾ ਹੋਵੇ। ਭਾਵ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ, ਉਹਦੇ ਬਲ ਨੂੰ ਕੌਣ ਗਾ ਸਕਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਭਾਈ ਗਾਵੇ ਕੋ ਗੁਣ ਵਡਿਆਈਆਂ ਚਾਰ। ਕਹਿੰਦੇ ਕੋਈ ਪੁਰਸ਼ ਪ੍ਰਮਾਤਮਾ ਦੇ ਚਾਰ ਤੋਂ ਭਾਵ ਸੁੰਦਰ ਗੁਣ ਤੇ ਵਡਿਆਈਆਂ ਨੂੰ ਵੇਖ ਕੇ ਉਹਦੇ ਜਸ ਨੂੰ ਤਾਂ ਗਾਇਨ ਕਰ ਸਕਦਾ। ਪ੍ਰਮਾਤਮਾ ਦੇ ਸੁੰਦਰ ਗੁਣ ਤੇ ਵਡਿਆਈਆਂ ਨੂੰ ਦੇਖ ਕਰਕੇ ਉਹਦੇ ਆਪਾਂ ਜਸ ਨੂੰ ਗਾ ਸਕਦੇ ਹਾਂ। ਕਿੰਨੇ ਸੋਹਣੇ ਪਹਾੜ ਨੇ, ਕਿੰਨਾ ਸੁੰਦਰ ਸਮੁੰਦਰ ਬਣਾਇਆ, ਕਿੰਨੇ ਸੋਹਣੇ ਫੁੱਲ ਨੇ, ਕਿੰਨੀ ਸੋਹਣੀ ਕੁਦਰਤ ਹੈ। ਇਸ ਤਰ੍ਹਾਂ ਪ੍ਰਮਾਤਮਾ ਦੇ ਸੁੰਦਰ ਗੁਣ ਵਡਿਆਈਆਂ ਨੂੰ ਕਥਨ ਕਰ ਸਕਦੇ ਹਾਂ। ਪਰ ਜੇ ਅਸੀਂ ਕਹੀਏ ਕਿ ਉਸ ਪ੍ਰਮਾਤਮਾ ਦੇ ਸਮੁੱਚੇ ਰੂਪ ਵਿੱਚ ਆਪਾਂ ਵਡਿਆਈ ਕਰ ਸਕਦੇ ਹਾਂ, ਉਹ ਵਡਿਆਈ ਕਰਨੀ ਬਹੁਤ ਔਖੀ ਹੈ, ਕਿਉਂਕਿ ਉਹ ਤਾਂ ਹੈ ਹੀ ਵੱਡੀ। ਪ੍ਰਮਾਤਮਾ ਇਹ ਨਹੀਂ ਮੰਗਦੇ ਕਿ ਤੁਸੀਂ ਮੇਰੀ ਸਮੁੱਚੇ ਰੂਪ ਵਿੱਚ ਵਡਿਆਈ ਕਰੋਗੇ ਮੈਂ ਤਾਂ ਕਿਰਪਾ ਕਰਾਂਗਾ। ਵਾਹਿਗੁਰੂ ਤਾਂ ਕਹਿੰਦੇ ਨੇ ਜਿੰਨੀ ਕਿ ਤੇਰੇ 'ਚ ਭਾਈ ਹਿੰਮਤ ਹੈ ਓਨਾ ਹੀ ਗਾ ਲੈ ਤੂੰ, ਜਿੰਨੀ ਕਿ ਹਿੰਮਤ ਹੈ ਤੇਰੇ ਵਿੱਚ ਓਨਾ ਕੁ ਹੀ ਜਾਪ ਕਰ ਲੈ। ਸੋ ਇਸ ਕਰਕੇ ਬੱਚਾ, ਛੋਟਾ ਜਿਹਾ ਬੱਚਾ ਆਪਾਂ ਕਹਿੰਦੇ ਕਹਿ ਵਾਹਿਗੁਰੂ, ਜਦੋਂ ਕਹਿੰਦਾ ਵਾਹਿਗੁਰੂ ਸਾਰਾ ਟੱਬਰ ਕਿੰਨਾ ਖੁਸ਼ ਹੁੰਦਾ। ਤਾਂ ਬੱਚਾ ਇੱਕੋ ਵਾਰੀ ਵਾਹਿਗੁਰੂ ਕਹਿ ਦੇਵੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ। ਜੇ ਫਿਰ ਸੰਗਤ ਵਿੱਚ ਕੋਈ ਬੱਚਾ ਖੜ ਕੇ ਮਾਈਕ ਦੇ ਵਿੱਚ ਮੂਲ ਮੰਤਰ ਇੱਕ ਪੜ੍ਹ ਦੇਵੇ, ਸਾਰੇ ਕੋਈ ਸਿਰੋਂ ਪਾ ਦਿੰਦਾ, ਕੋਈ ਇਨਾਮ ਦਿੰਦਾ, ਬੱਚੇ ਨੇ ਮੂਲ ਮੰਤਰ ਪੜ੍ਹਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੱਚੇ ਵਿੱਚ ਜਿੰਨੀ ਤਾਕਤ ਆ ਓਨਾ ਗਾਉਂਦਾ, ਸਿਆਣੇ ਵਿੱਚ ਜਿੰਨੀ ਤਾਕਤ ਆ ਓਨਾ ਗਾਉਂਦਾ, ਪਰ ਵਾਹਿਗੁਰੂ ਨੂੰ ਨਹੀਂ ਗਾ ਸਕਦਾ ਸਮੁੱਚੇ ਰੂਪ ਵਿੱਚ। ਇਸ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਸੋ ਉਹਦੀਆਂ ਸੰਸਕ੍ਰਿਤ ਤੇ ਰਾਗ ਆਦਿਕ ਰਚੀਆਂ ਹੋਈਆਂ ਵਿਦਿਆ ਦਾ ਵਿਚਾਰ ਕਰਨਾ ਹੀ ਬੜਾ ਕਠਿਨ ਹੈ। ਉਹਦੇ ਬਲ ਨੂੰ ਕੌਣ ਗਾ ਸਕਦਾ। ਪਹਿਲਾਂ ਤਾਂ ਇੱਕ ਉਦਾਹਰਨ ਦਿੰਦੇ ਨੇ ਉਹਨਾਂ ਨੂੰ ਵੀ ਜਦੋਂ ਵਾਹਿਗੁਰੂ ਨੂੰ ਗਾ ਹੀ ਨਹੀਂ ਸਕਦਾ, ਉਹਦੇ ਔਖੀਆਂ ਬੋਲੀਆਂ ਨੂੰ ਨਹੀਂ ਗਾ ਸਕਦਾ, ਕਿਉਂਕਿ ਰਾਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਔਖੀਆਂ ਬੋਲੀਆਂ ਦਾ ਕੋਈ ਅੰਤ ਨਹੀਂ ਪਾ ਸਕਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਾਵੈ ਕੋ ਵਿਦਿਆ ਵਿਖਮ ਵਿਚਾਰ। ਕਹਿੰਦੇ ਉਹਨਾਂ ਦਾ ਤਾਂ ਨਹੀਂ ਅੰਤ ਪਾ ਸਕਦਾ ਰਾਗਾਂ ਦਾ, ਔਖੀਆਂ ਬੋਲੀਆਂ ਦਾ, ਫਿਰ ਪ੍ਰਮਾਤਮਾ ਦਾ ਅੰਤ ਕਿਵੇਂ ਪਾ ਸਕਦਾ ਕੋਈ। ਪਰ ਇਹ ਜ਼ਰੂਰ ਕਹਿੰਦੇ ਆ ਕਿ ਕੋਈ ਵੀ ਜੋ ਵਿਅਕਤੀ ਹੈ ਸੰਸਾਰ ਦੇ ਅੰਦਰ, ਕੋਈ ਪ੍ਰੇਮੀ ਜਨ
परमात्मा दी रचियां हुई जिहड़ियां विखम तो भाव कठिन विद्या का विचार करके ਉਹਦੇ जस नूं गायन तां कर सकता है। चलो मान लो भी इन्ने राग ने 31 राग ने 31 चो 62 राग बन जाते हैं 62 राग तो अगे 84 बन जाते हैं अगे फिर इन्हां दी कितनियां ही किस्मां ने समग्र रूप विच सारे तालां नूं गाउणा बहुत औखा 65 घरां विच गाउणा बड़ा औखा है। घर पहला घर दूजा गुरबाणी अंदर जिवें 17 घर प्रवान कीते ने महाराज ने इस तरह दुनिया अंदर कोई संपूर्ण ऐसा मनुख बहुत घट कदे भावें कोई होया होवे कि उन्हें समग्र रूप विच सारे राग गा लए होण संपूर्ण राग फिर भी कोई कमी रह जाती है। पर महाराज कहते ने ऐसा कोई व्यक्ति जे सारी जिंदगी ला के सिर्फ कठिन रागां नूं कठिन विद्यावां नूं सिख भी गया इत्थे तक ही पहुंचिया हो बस हुण इस तो अगे नहीं पहुंच सकता। जिवें नारद मुनि ने 75,000 साल ला के 14 विद्या विच संपूर्णता हासिल की। जदों सनक सनातन जिहड़े सीगे ब्रह्मा जी के 4 पुत्र सनक सनंदन सनातन संत कुमार जदों उन्हां कोल गया कहण लग्या विद्या तो बहुत पढ़ी है शांति नहीं आउंदी मन नूं 14 विद्या पढ़िया ने 75,000 वरा ला के संगीत की विद्या तैराकी की विद्या ज्योतिष विद्या नृत्यकारी की विद्या पता नहीं कितनियां विद्यावां मैं जोर ला के पढ़ता रही पर शांति नहीं आई मन। सनक सनंदन हुणी कहण लगे अध्यात्मक विद्या पढ़ी कदे कहण लगे जी वो की हुंदी है। नारद मुनि उस वक्त सनक सनंदन सनातन संत कुमार चारे हस के कहने 75,000 वरा ला के 14 विद्या पढ़िया हाल तक तुम ब्रह्म विद्या का नहीं ज्ञान होया। कहने ब्रह्म विद्या जिथे ये 14 विद्या मुक जांदियां संसार दियां उत्थों एक ओंकार प्रारंभ हुंदी विद्या ब्रह्म विद्या इहनूं कहंदे ने परमात्मा दी अध्यात्मक विद्या। इस करके जब तू वो विद्या का ही अंत नहीं पा सकिया तेन शांति नहीं आई तो फिर वह अंत किवें पा सकता है। जो महाराज ने प्रमाण दे के दसिया कि नारद मुनि नालों तो नहीं कोई ज्यादा पढ़िया तुहाडे चों जब वो नहीं अंत पा सकिया विद्या पढ़ के फिर विद्या द्वारा ओदा अंत पाउणा औखा पर विद्या दे राही उहनूं गा के ओदा जस करना सौखा। जस करो बस जे कोई जस करेगा वो कृपा करेगा इस पासे न चलो कि उसी उहदा अंत पाउणा है जां मैं उहदा विद्या दा अंत पावां फिर मैं उहदा अंत पा लवांगा ये पासा नहीं पकड़ना। विद्या दे राही उहदे जस नूं कीता जा सकता है। ये एक उहदी कृपा लैण दी सो वड्डी चीज है कि कृपा आपां लै सकदे हैं रस्ता जरूर है ये। इस करके उहदा अंत पाउणा महाराज कहते अपना ही अंत कर लेना है। कितनी उम्र इंसान की 80, 90, 100 साल मान लो 150 साल भी उम्र हो जाए 1000 साल भी जे जुग चारे यार जा होर दसूणी होए भी हो जाए 4 जुगां नालों 10 गुणा वध उम्र हो जाए तां भी उस परमात्मा का अंत नहीं पाया जा सकता। इस करके तुसीं ये जिहड़ियां विखम विचारां विच पै के परमात्मा के अंत नूं पाउण दा यतन करदे ये छड्ड के विखम विद्या दे राही उहदा जस गायन करो। ये तुहानूं सलाह दिंदे हां असीं सारिआं नूं कि ना कि अपनी बुद्धि की सियाणप नाल उहदा अंत पाउणा आपां ने। गावै को साज करे तानो खेह जो वाहिगुरू खेह आदि 5 तत्तां द्वारा सारे शरीरां नूं साजदा है। पहले तो उहने 5 तत्त बनाए ने 5 तत्तां दा ही अंत नहीं। आकाश तत्त है फिर हवा तत्त है फिर धरती तत्त है अग्नि तत्त है पानी तत्त है। ये 5 तत्त परमात्मा ने बनाए ने। परमात्मा दे पहला तो धरती का ही तुसीं अंत नहीं पा सकते आकाश का अंत नहीं पा सकते हवा का ही अंत नहीं है समुद्र का ही अंत नहीं पा सकते। समुद्र के थले इन्नी अग बलदी है साइंसदानां ने हुण खोज की महाराज ने पहले ही दस दिता। समुद्र के थले जाके जिथे इहदा अंत हो जाता उत्थे इन्नी अग है धरती के थले वाले पासे
जिथों लावे फुटते ने बड़े बड़े। इस करके जो पंजा तत्तां दा ही अंत नहीं, आ सारी सृष्टि की रचना पंजा तत्तां करके ही हुई है। आ जिन्ने तारे देखते हैं, चंद्रमा सूरज एक ते एक ने, करोड़ां सूरज करोड़ां तारे, अरबां तारे, खरबां तारे, इन्हां दा कोई अंत नहीं पंजा तत्तां दा। ते फिर पंज तत्तां नूं बनाउण वाले दा अंत कौन पा सकदा है। इस करके जदों परमात्मा साजदा शरीरां नूं तां फिर महाराज कहंदे ने साजदा है, फिर नाश करदा है, इहदी पालना करदा है। समुचे रूप विच उहदा अंत नहीं पाया जा सकदा, क्योंकि फिर अंतरीव भाव च उन्हां नूं कहंदे फिर असीं की करिए जी, किस तरह करना चाहिदा। गावै को साज करे तन फेर, कहंदे परमात्मा तान जिहड़े शरीर ने इन्हां नूं साजदा है, फिर इहनूं साज के पालदा भी है, फिर खे भी कर दिंदा, सुआह भी बन जांदी इहदी। होए भस मड़ भौर सिधाया। सो इउं जाण के कोई उहदे जस नूं गायन करदा है। जस गायन करना एक अलग कला है। आपां भी इस चीज नूं अच्छी तरह समझ गए होवांगे। जस करना तो उहदी किरपा लैनी है, उहदा अंत पाउणा, उहदी शरीकेबाजी करनी, उहदी बराबरता करनी है। महाराज कहते अंत पाउण दा यतन करन वाला इंसान फेल हो जाता। साइंस अपनी बुद्धि द्वारा अज भी उहदा अंत पाउण दा यतन कर रही है। वो साइंसदानों जो फेल करन ते आया उन्हें सेकेंड भी नहीं लाउणा, सब कुछ फेल कर देना उन्हें। साइंस बैठी रह जाएगी। फेल होने लगी सी साइंस जो सन 2000 चढ़न लगे 1999 विच। 1999 की रात नूं 12 बजे सब कहंदे दुनिया हुण मुक जाएगी, कंप्यूटर खत्म हो जाएंगे, क्योंकि 2000 सन कंप्यूटर ते किवें लैके आईए। और परमात्मा बेअंत है, उन्हें किसी बंदे दे राही ऐसी घाट कर दी कि कंप्यूटर ते सन 2000 आ ही गया। क्योंकि 2 लाउणा फिर 3 जीरोआं लाउणियां बड़ियां औखियां लगियां। जे कंप्यूटर फेल हो जाता तो दुनिया की कुल साइंस फेल हो जाती, सब कुछ खत्म हो सकता। पर परमात्मा ऐसा करते नहीं। इस करके महाराज कहते परमात्मा का अंत जो पाउण तुरिया ना, सो अंत को चाहन जो गए आए अनंत गवाए। वो सब कुछ खत्म कर लेंदे ने अपना। इस करके आपां नूं तां सिर्फ वाहिगुरू दे विच लीन हो के ਉਹਦੇ ਅਨੁਸਾਰੀ ਹੋ ਕੇ ਉਹਦੇ ਪ੍ਰੇਮੀ ਬਣ ਕੇ ਉਹਦੀ ਭਗਤੀ ਕਰਨੀ ਚਾਹੀਦੀ, ਨਾ ਕਿ ਆਪਾਂ ਉਹਦੇ ਸ਼ਰੀਕ ਹੋ ਕੇ ਉਹਦੀ ਬਰਾਬਰਤਾ ਕਰਕੇ ਆਪਾਂ ਵਾਹਿਗੁਰੂ ਦਾ ਅੰਤ ਪਾਉਣ ਦਾ ਯਤਨ ਕਰੀਏ। ਜਿਵੇਂ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਆਪਣੇ ਬਾਰੇ ਸੋਚ ਕੇ ਦੇਖੀਏ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਕਾਰ ਦਿੱਤੇ ਨੇ, ਬਾਣੀ ਬਖਸ਼ਿਸ਼ ਕੀਤੀ ਹੈ। ਸਿੱਖ ਅੰਮ੍ਰਿਤ ਛਕ ਕੇ ਬਾਣੀ ਪੜ੍ਹੇ, सिख गुरु साहब की सेवा करे, रहत रखे, इहदे विच तां सिख दा भला। हुण सिख भी सिद्धा वांगू करन लग पे। गुरु ग्रंथ साहिब दे विचों फरोला फराली एक कृपान दी हुण लोड़ नहीं, युग बदल गया। ये अमर दी की लोड़ है या नितनेम दी की जरूरत है, ਇਹਦੀ की लोड़ है। ਉਹ ਜਿਹੜੇ किंतु परंतु हो गए, ये शरधा तो परे दा एक वखरा उन्होंने अपना नवा ही काम शुरू कर लिया। जदों आपां फरोला फराली च पै जांदे हां गल दी, सिद्ध भी फरोला फराली तो कढे सी महाराज ने, वो तो निकल के तर गए, असीं आप ही पै गए विच। असीं इहदी खोज करन लग पे, हुण इहदी की लोड़ आ। इक्को गल लिख के महाराज दे मूहरे रख दिओ कि तुसीं सियाणे नहीं, असीं सियाणे आ, बस फिर तो सर जाना भी बल्ले बई नवा सिख आया एक जिहड़ा गुरु साहब तो सियाणा है। जे आपां गुरु साहब तो सियाणे आ तो फिर गुरु साहब कहे फिर दुनिया नूं 538 साल पहला तुसीं ही भाई संभाल लेंदे, मैनूं संसार ते आउण दी की लोड़ पई सी। इस करके आपां ने बाणी नूं पढ़ के आनंद लैणा, रहत रख के आनंद लैणा, अमर छक के जीवन सुधारना, सेवा करके किरपा लैणी। ये एक वखरा ट्रैक है। एक वो कि मैं इसकी खोज करा, लो जी ये पतासे पाते पानी च फिर पाठ करता, ये की है?
ਇਹ ਉਹਦੀ ਖੋਜ ਕਰਨ ਲੱਗ ਪਏ ਪਾਣੀ 'ਚ ਕੀ। ਜਿਵੇਂ ਲੋਕੀ ਬੱਚੇ ਨੂੰ ਖਿਡੌਣਾ ਲਿਆ ਕੇ ਦਿੰਦੇ ਨੇ, ਕਈ ਬੱਚਿਆਂ ਦੀ ਆਦਤ ਹੁੰਦੀ ਲਿਆ ਕੇ ਖਿਡੌਣਾ ਚਲਾਉਣਾ ਨਹੀਂ, ਪੇਚਕਸ ਲੈ ਕੇ ਉਹਨੂੰ ਖੋਲ ਕੇ ਵਿੱਚ ਦੇਖਣਾ ਉਹਦੇ ਕੀ ਹੈ, ਸਾਰਾ ਖਿਲਾਰ ਕੇ ਸੁੱਟ ਦੇਣਾ। ਖਿਡੌਣੇ ਦਾ ਉਹਨੇ ਆਨੰਦ ਨਹੀਂ ਲਿਆ, ਉਹਨੇ ਖਿਲਾਰ ਕੇ ਉਹ ਮਾਰਿਆ ਉਹਨੂੰ। ਬਾਅਦ ਵਿੱਚ ਫੇਰ ਰੋਂਦਾ ਮੇਰਾ ਖਿਡੌਣਾ ਟੁੱਟ ਗਿਆ, ਫਿਰ ਹੋਰ ਲਿਆਓ, ਫਿਰ ਹੋਰ ਤੋੜ ਦਿਓ, ਫਿਰ ਹੋਰ ਲਿਆਓ। ਇਹ ਅਲੱਗ-ਅਲੱਗ ਬਿਰਤੀ ਸਤਿਗੁਰੂ ਕਹਿੰਦੇ ਆ ਫਰੋਲਾ ਫਰਾਲੀ ਵਾਲੀ ਬਿਰਤੀ ਛੱਡ ਕੇ ਗੁਰਸਿੱਖ ਜੇ ਕਿਰਪਾ ਵਾਲੀ ਬਿਰਤੀ ਵੱਲ ਚੱਲੇ ਤਾਂ ਛੇਤੀ ਕਿਰਪਾ ਹੋ ਸਕਦੀ ਹੈ। ਗਾਵੈ ਕੋ ਜੀਅ ਲੈ ਫਿਰਦੇ, ਜਿਸ ਪ੍ਰਮਾਤਮਾ ਦੀ ਚੇਤਨ ਸੱਤਾ ਕਰਕੇ ਜੀਵ ਦੇ ਸਰੀਰ ਨੂੰ ਇਹ ਜੀਵ ਲਈ ਫਿਰਦਾ, ਆਪਾਂ ਉਹਦੀ ਸੱਤਾ ਕਰਕੇ ਸਰੀਰ ਨੂੰ ਲਈ ਫਿਰਦੇ ਆ ਸਾਰੇ ਜਾਣੇ। ਦੇਖੋ ਕਿੰਨੀ ਕੁ ਜੋਤ ਹੈ, ਕਿੰਕੇ ਜਿੰਨੀ ਅੰਦਰ ਜੋਤ ਹੈ, ਜਿਹੜੀ ਆਪਣੇ ਅੰਦਰ ਇੰਨੀ ਪਾਵਰ ਹੈ। ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਸਵਾਸ ਚੱਲ ਰਹੇ ਨੇ, ਬੁੱਧੀ ਕੰਮ ਕਰ ਰਹੀ ਹੈ, ਹਾਜ਼ਮੇ ਹੋ ਰਹੇ ਨੇ ਰੋਟੀ ਦੇ, ਪੈਰ ਚੱਲ ਰਹੇ ਨੇ, ਸਰੀਰ ਦੀ ਸਾਰੀ ਕਿਰਿਆ ਚੱਲ ਰਹੀ ਹੈ। ਪਰ ਜਦੋਂ ਹੀ ਉਹ ਵਾਹਿਗੁਰੂ ਨੇ ਜੋਤ ਆਪਣੀ ਵਾਪਸ ਲੈ ਲਈ, ਇਹ ਸਰੀਰ ਉੱਥੇ ਹੀ ਡਿੱਗ ਪੈਂਦਾ ਔਰ ਫਿਰ ਤੁਰਦਾ ਹੀ ਨਹੀਂ ਉੱਥੋਂ। ਕਹਿੰਦੇ ਫਿਰ ਚਾਰ ਜਾਣੇ ਚੁੱਕ ਕੇ ਲੈ ਕੇ ਜਾਂਦੇ ਨੇ, ਵੇਖੋ ਬੰਦਾ ਚੱਲਿਆ 4 ਜਣਿਆਂ ਦਾ ਕੰਨ ਹੁੰਦਾ, ਕੰਧਾ ਮੋਢਾ, ਮੋਢੇ ਤੇ ਸਰੀਰ ਚੁੱਕ ਕੇ ਲਿਜਾਣਾ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਿੱਧੋ ਇਹ ਚੀਜ਼ ਦਾ ਅੰਤ ਨਾ ਪਾਓ। ਜੇ ਉਹਦੀ ਸੱਤਾ ਕਰਕੇ ਤਾਂ ਤੁਸੀਂ ਫਿਰਦੇ ਹੋ, ਜੇ ਸੱਤਾ ਹੀ ਖਿੱਚ ਲਈ ਤਾਂ ਫਿਰ ਤੁਹਾਡਾ ਕੀ ਬਣੇਗਾ। ਤਾਂ ਤੇ ਆਪਾਂ ਨੂੰ ਇਹ ਚਾਹੀਦਾ, ਗਾਵੈ ਕੋ ਜੀਅ ਲੈ ਫਿਰਦੇ, ਉਹੀ ਪ੍ਰਮਾਤਮਾ ਸਰੀਰ ਵਿੱਚ ਜੀਵ ਆਤਮਾ ਨੂੰ ਪਾਉਂਦਾ, ਫਿਰ ਸਰੀਰ ਵਿੱਚੋਂ ਕੱਢ ਵੀ ਲੈਂਦਾ, ਜੀਵਾਂ ਨੂੰ ਪਦਾਰਥ ਦਿੰਦਾ, ਫਿਰ ਖੋਹ ਵੀ ਲੈਂਦਾ। ਇਉਂ ਜਾਣ ਕੇ ਵੀ ਬਲ ਨੂੰ ਤਾਂ ਗਾਇਨ ਕਰੋ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਮਹਾਰਾਜ ਤੇਰੀ ਮਹਿਮਾ ਅਪਾਰ ਹੈ। ਪਹਿਲਾਂ ਤੁਸੀਂ ਸਾਨੂੰ ਇੱਕ ਸਾਈਕਲ ਜਿਹਾ ਹੀ ਹੁੰਦਾ ਸੀ, ਫਿਰ ਤੁਸੀਂ ਸਾਨੂੰ ਸਕੂਟਰ ਦੇਤੇ, ਫਿਰ ਕਾਰਾਂ ਦੇਤੀਆਂ, ਫਿਰ ਜਹਾਜ਼ਾਂ ਤੇ ਚੜਾਤਾ, ਫਿਰ ਮਹਾਰਾਜ ਤੁਸੀਂ ਸਾਨੂੰ ਬਾਹਰਲਿਆਂ ਦੇਸ਼ਾਂ 'ਚ ਭੇਜਤਾ, ਜਾਂ ਸਾਨੂੰ ਆਹ ਪਦਾਰਥ ਦੇਤੇ। ਸੱਚੇ ਪਾਤਸ਼ਾਹ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ, ਪਹਿਲਾਂ ਲੋਕ ਖੱਦਰ ਦੇ ਕੱਪੜੇ ਪਾਉਂਦੇ ਸੀ, ਹੁਣ ਇੰਨੇ ਸੋਹਣੇ ਸੋਹਣੇ ਕੱਪੜੇ ਦੇਤੇ, ਬਾਦਸ਼ਾਹੀ ਜ਼ਿੰਦਗੀ ਦੇਤੀ। ਇਉਂ ਕਰਕੇ ਉਹਦਾ ਧੰਨਵਾਦ ਕਰੋ ਬਸ। ਜੇ ਆਪਾਂ ਕਹੀਏ ਕਿ ਅਸੀਂ ਉਹ ਪ੍ਰਮਾਤਮਾ ਦੂਜੀ ਤਰ੍ਹਾਂ ਤੇ ਪਾਉਣਾ, ਜਿਵੇਂ ਸਾਇੰਸਦਾਨ ਇਹ ਪੰਗਾ ਲੈਂਦੇ ਹੀ ਰਹਿੰਦੇ, ਕੋਈ ਨਾ ਕੋਈ ਆਤਮਾ ਦੇਖਣੀ ਕਿ ਹੁੰਦੀ ਵੀ ਆ। ਇਹਨਾਂ ਨੇ ਕੀ ਕੀਤਾ, 3-4 ਇੰਚ ਮੋਟਾ ਸ਼ੀਸ਼ਾ ਲੈ ਕੇ ਨਾ ਯੂਰਪ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਪੁੱਛ ਲਿਆ, ਉਹ ਸਵਾਸ ਛੱਡ ਰਿਹਾ ਸੀ, ਕਹਿੰਦੇ ਅਸੀਂ ਐਕਸਪੈਰੀਮੈਂਟ ਕਰਨਾ, ਤੂੰ ਲਿਖ ਕੇ ਦੇ ਤੂੰ ਸਵਾਸ ਤਾਂ ਹੁਣ ਛੱਡਣੀ ਹੈ। ਫਿਰ ਅੰਤਮ ਸਮਾਂ ਆ ਗਿਆ ਵੀ ਅਸੀਂ ਦੇਖਣਾ ਆਤਮਾ ਕੀ ਚੀਜ਼ ਹੈ। ਉਹਨਾਂ ਨੇ ਉਸ ਵਕਤ ਉਹ ਬੰਦੇ ਨੂੰ ਲਿਖਵਾ ਕੇ ਲੈ ਕੇ ਉਹ ਸ਼ੀਸ਼ੇ ਦਾ ਬਣਾ ਕੇ ਬਕਸਾ ਜਾਂ ਉਹਦੇ ਉੱਤੇ ਇੱਕਦਮ 3-4 ਇੰਚ ਮੋਟਾ ਸ਼ੀਸ਼ਾ ਰੱਖ ਕੇ ਉੱਤੋਂ ਚਾਰੇ ਪਾਸਿਓਂ ਇਸ ਤਰ੍ਹਾਂ ਉਹਨੂੰ ਲਾਤੀ ਚੀਜ਼ ਇੱਕ ਕਿ ਹਵਾ ਨਾ ਬਾਹਰ ਨਿਕਲੇ, ਜਿੱਥੋਂ ਬਿਲਕੁਲ ਬਕਸਾ ਬਣਾਤਾ, ਬੰਦਾ ਅੰਦਰ। ਥੋੜੀ ਦੇਰ ਬਾਅਦ ਜਦ ਬੰਦੇ ਨੇ ਸਰੀਰ ਛੱਡਿਆ, ਸ਼ੀਸ਼ਾ ਇੱਕਦਮ ਟੁੱਟਿਆ ਸਾਰਾ ਹੀ, ਆਤਮਾ ਵਿੱਚੋਂ ਨਿਕਲ ਗਈ। ਆਤਮਾ ਦੀ ਇੰਨੀ ਸ਼ਕਤੀ ਉਹਨੇ ਜਦੋਂ ਸ਼ੀਸ਼ੇ ਨੂੰ ਤੋੜਿਆ, ਸਾਇੰਸਦਾਨਾਂ ਨੇ ਮੰਨਿਆ ਯੂਰਪ ਯੂਨੀਵਰਸਿਟੀ 'ਚ ਵੀ ਹਾਂ ਆਤਮਾ ਹੈ। ਪਰ ਹੁਣ ਇੱਕ ਗੱਲ ਦੀ ਖੋਜ ਹੁਣ ਕਰਨ ਲੱਗੇ ਹੋਏ ਨੇ ਵੀ ਜਦ ਤੱਕ ਬੰਦਾ ਜਿਉਂਦਾ ਹੈ ਉਦੋਂ ਤੱਕ ਇਹਦੇ ਸਰੀਰ ਤੇ ਲਾਲੀ ਹੈ, ਜਦੋਂ ਮਰ ਜਾਂਦਾ ਇਹ ਕਾਲਾ ਕਿਉਂ ਹੋ ਜਾਂਦਾ। ਹੁਣ ਇਹ ਖੋਜ ਕਰਨ ਲੱਗੇ ਨੇ। ਇਸ ਕਰਕੇ ਇਹ ਸਿੱਧਾ ਵਾਲਾ ਪੁੱਠਾ ਰਸਤਾ ਹੈ ਵੀ ਅਸੀਂ ਉਹਦੀ ਖੋਜ ਦੂਜੇ ਢੰਗ ਨਾਲ ਕਰਨ ਦੀ ਬਜਾਏ ਆਤਮਿਕ ਅਭਿਆਸੀ ਬਣ ਕੇ ਪਰਮੇਸ਼ਰ ਦੇ ਭਜਨ ਦੁਆਰਾ ਅੰਤਰੀਵ ਖੋਜ ਕਰਕੇ ਉਹਦੇ ਅੰਦਰਲੇ ਗੁਣਾਂ ਨੂੰ ਜਾਣ ਸਕਦੇ ਹਾਂ। ਆਤਮਾ ਨੂੰ ਉਹਨਾਂ ਨੇ ਹੋਰ ਢੰਗ ਨਾਲ ਦੇਖਣਾ ਚਾਹਿਆ। ਆਤਮਾ ਭਗਤੀ ਦੁਆਰਾ ਹੀ ਦਿਖ ਜਾਂਦੀ। ਗੁਰੂ ਗ੍ਰੰਥ ਸਾਹਿਬ 'ਚ ਬਚਨ ਆਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਤਾਂ ਆਪਾਂ ਜੇ ਦੇਖਣਾ ਚਾਹੀਏ ਭਗਤੀ ਦੁਆਰਾ ਦੇਖ ਸਕਦੇ ਹਾਂ, ਸਾਇੰਸ ਦੁਆਰਾ ਨਹੀਂ। ਸਾਇੰਸ ਦੁਆਰਾ ਤਾਂ ਖੋਜ ਕਰਦੇ ਬਹੁਤ ਟਾਈਮ ਲੱਗ ਜਾਵੇਗਾ,
ਸਾਇੰਸ ਨੇ ਤਾਂ ਇਹੀ ਜੀ ਮਸ਼ੀਨ ਬਣਾਈ ਸੀ ਕਿ ਪਿਛਲੇ ਬਹੁਤ ਯੁੱਗਾਂ ਤੋਂ ਜਿਹੜੀਆਂ ਆਵਾਜ਼ਾਂ ਬ੍ਰਹਿਮੰਡ ਅੰਦਰ ਘੁੰਮ ਰਹੀਆਂ ਨੇ ਉਹਨਾਂ ਨੂੰ ਰਿਕਾਰਡ ਕਰ ਲਈ। ਇਹਨਾਂ ਨੇ ਕੀਤੀਆਂ ਵੀ, ਪਰ ਇੰਨਾ ਘਾਲਾ ਮਾਲਾ ਆਉਂਦਾ ਪਤਾ ਹੀ ਨਹੀਂ ਲੱਗਦਾ ਕੀ ਕੌਣ ਕੀ ਬੋਲਦਿਆ। ਪਿਛਲੇ ਯੁੱਗ ਨੂੰ ਦੇਖਣਾ ਔਖਾ, ਆਉਣ ਵਾਲੇ ਯੁੱਗਾਂ ਨੂੰ ਦੇਖਣਾ ਔਖਾ। ਧਰਤੀ ਦੇ ਥੱਲੇ ਕੀ ਹੈ, ਉੱਤੇ ਕਿੰਨੇ ਅਸਮਾਨ ਨੇ, ਇਹ ਵਿਚਾਰੇ ਖੋਜ ਰਹੇ ਨੇ। ਇੱਕ ਖੋਜ ਕਰਦੇ ਨੇ, ਫਿਰ ਅਖਬਾਰ 'ਚ ਆਉਂਦਾ ਹੈ, TV ਤੇ ਆਉਂਦਾ ਹੈ, ਫਿਰ ਸਾਇੰਸਦਾਨ ਦੀ ਫੋਟੋ ਆਉਂਦੀ ਦਿਖਾਈ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਕਹਿਤਾ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਲੈ ਕੇ ਜਿਉਂ ਗਏ ਕਿੰਨੇ ਹੀ ਚਿਰ ਨਹੀਂ ਮੁੜੇ। ਉਹ ਤਾਂ ਕਹਿੰਦਾ ਮਹਾਰਾਜ ਆਪਾਂ ਤਾਂ ਆਇਆ ਨੂੰ 2-3 ਸਾਲ ਹੋ ਗਿਆ, ਪਿੱਛੇ ਪਿਤਾ ਜੀ ਉਡੀਕਦੇ ਹੋਣੇ ਆ। ਮਿੰਟ ਹਲੇ ਇੱਕ ਵੀ ਨਹੀਂ ਸੀ ਹੋਇਆ, ਇਧਰੋਂ 1 ਮਿੰਟ ਵੀ ਨਹੀਂ ਹੋਇਆ, ਉਧਰੋਂ ਇੰਨੇ ਟਾਈਮ ਦਿਖਾਤਾ ਉਹਨੂੰ। ਇਹਨੂੰ ਕਹਿੰਦੇ ਮਾਇਆ। ਕੌਲਾ ਭਰ ਕੇ ਪ੍ਰਸ਼ਾਦ ਦਾ ਲੈ ਕੇ ਆਏ ਪਿਤਾ ਜੀ, ਇਹ ਗੁਰੂ ਨਾਨਕ ਦੇਵ ਜੀ ਤਾਂ ਆਪ ਅੱਲਾਹ ਤਾਲਾ। ਇਹ ਤਾਂ ਜਿੱਥੇ ਜਾਂਦੇ ਸੀ ਨਾ ਉੱਥੇ ਇਹਨਾਂ ਦੀ ਸੰਗਤ ਹੈ, ਹਰੇਕ ਬ੍ਰਹਿਮੰਡ ਵਿੱਚ, ਹਰੇਕ ਤਾਰਿਆਂ ਵਿੱਚ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੀ ਸੰਗਤ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਤਮਕ ਗਿਆਨੀ, ਆਤਮਕ ਅਭਿਆਸੀ ਕੋਲ ਇੰਨੀ ਜ਼ਿਆਦਾ ਪਾਵਰ ਹੋ ਜਾਂਦੀ ਹੈ ਕਿ ਦੁਨੀਆ ਵਿੱਚ ਇੰਨੀ ਪਾਵਰ ਕਿਸੇ ਕੋਲ ਵੀ ਨਹੀਂ ਹੁੰਦੀ। ਸਿੱਧਾਂ ਕੋਲ ਵੀ ਰਿੱਧੀਆਂ ਸਿੱਧੀਆਂ ਕਰਕੇ ਉੱਡਣ ਸ਼ਕਤੀ ਆ ਜਾਂਦੀ। 18 ਸਿੱਧੀਆਂ 'ਚ ਇੱਕ ਸ਼ਕਤੀ ਹੈ ਕਿ ਆਪਾਂ ਉੱਡ ਕੇ ਜਾ ਸਕਦੇ ਕਿਤੇ। ਉਹ ਸਪੀਡ ਹੁੰਦੀ 80 ਕਿਲੋਮੀਟਰ ਜਾਂ 100 ਕਿਲੋਮੀਟਰ। ਜਦ ਭਰਥਰ ਹਰੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਆਸਾਮ ਦੇ ਵਿੱਚ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਰਥਰ ਹਰੀ ਇੱਕ ਜਨਮ ਹੋਰ ਲੈਣਾ ਪੈਣਾ ਹਲੇ। ਕਹਿੰਦੇ ਮਹਾਰਾਜ ਉਹ ਕਿਉਂ? ਕਹਿੰਦੇ ਤੇਰਾ ਇੱਕ ਰਾਜਕੁਮਾਰੀ ਨਾਲ ਨਾਤਾ ਲਿਖਿਆ ਹੋਇਆ ਤੇਰੇ ਕਰਮਾਂ 'ਚ, ਉਹ ਹੋਣਾ ਹੈ, ਉਹਦੇ ਲਈ ਤੈਨੂੰ ਦੁਬਾਰਾ ਜਨਮ ਲੈਣਾ। ਮਹਾਰਾਜ ਇਹ ਤਾਂ ਫਿਰ ਮਾੜੀ ਗੱਲ। ਕਹਿੰਦੇ ਫਿਰ ਤੂੰ ਇਉਂ ਕਰ, ਸਰੀਰ ਹੁਣ ਛੱਡਣ ਲੱਗਿਆ ਤੇ ਤੂੰ ਸਿਰਫ ਇੱਕ ਦਿਖਾਵੇ ਮਾਤਰ ਉਹਦੇ ਨਾਲ ਰਿਸ਼ਤਾ ਕਰ। ਐਸੇ ਘੜੀਏ ਟਾਲ ਦਿੰਦੇ ਆ, ਫਲਾਣੇ ਥਾਂ ਉਹ ਰਾਜਕੁਮਾਰੀ। ਸੋਚ ਕੇ ਕਹਿੰਦਾ ਮਹਾਰਾਜ ਜੇ ਮੈਂ ਉੱਡ ਕੇ ਗਿਆ ਫਿਰ ਮੈਂ ਪਹੁੰਚ ਨਹੀਂ ਸਕਣਾ, ਮੈਨੂੰ 24 ਘੰਟੇ ਲੱਗ ਜਾਣੇ ਪਹੁੰਚਣ ਨੂੰ। ਮਹਾਰਾਜ ਤੁਸੀਂ ਕੋਈ ਯਤਨ ਕਰੋ। ਮਹਾਰਾਜ ਹੱਸ ਕੇ ਕਹਿੰਦੇ ਬਸ ਇੰਨੀ ਸ਼ਕਤੀ ਹੈ? ਕਹਿੰਦੇ ਸ਼ਕਤੀ ਤਾਂ ਤੇਰੇ 'ਚ ਬਹੁਤ ਹੈ, ਪਰ ਤੂੰ ਉੱਥੇ ਤੱਕ ਜਾ ਨਹੀਂ ਸਕਦਾ। ਕਹਿੰਦੇ ਫਿਰ ਅਸੀਂ ਪਹੁੰਚਾਈਏ? ਕਹਿੰਦੇ ਚਲੋ ਪਹੁੰਚਾਓ। ਕਹਿੰਦੇ ਅੱਖਾਂ ਬੰਦ ਕਰ। ਬੰਦ ਕੀਤੀਆਂ, ਧਿਆਨ ਕੀਤਾ ਉਸ ਬਾਗ ਦਾ। ਕਹਿੰਦੇ ਕਹਿ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਕਿਹਾ ਅੱਖਾਂ ਖੋਲ, ਉਹਨਾਂ ਦੇ ਬਾਗ 'ਚ ਬੈਠੇ। ਮਹਾਰਾਜ ਇੰਨੀ ਛੇਤੀ ਕਿਵੇਂ ਆ ਗਏ? ਕਹਿੰਦੇ ਇਹ ਨਾਮ ਦੀ ਸਵਾਰੀ, ਨਾਮ ਹੀ ਇੰਨੀ ਛੇਤੀ ਲਿਆ ਸਕਦਾ ਇਨਸਾਨ ਨੂੰ, ਨਹੀਂ ਤਾਂ ਸੱਚਖੰਡ ਜਾਣ ਨੂੰ ਬਹੁਤ ਟਾਈਮ ਲੱਗ ਜੇ। ਇਸ ਕਰਕੇ ਨਾਮ ਦੀ ਤਾਕਤ ਜਿਹੜੀ ਆ ਸਰਬ ਵਿਆਪਕ ਹੈ। ਅਤੇ ਜਿਹੜੀ ਤੇਰੀਆਂ ਰਿੱਧੀਆਂ ਸਿੱਧੀਆਂ ਨੇ, ਆ ਜਹਾਜ਼ੋਂ ਜੇ ਕਹੀਏ ਵੀ 1 ਸੈਕਿੰਡ ਵਿੱਚ ਇੰਡੀਆ ਪਹੁੰਚ ਜੇ, ਨਹੀਂ ਪਹੁੰਚ ਸਕਦਾ। ਪਰ ਫੋਨ ਘੁਮਾਓ ਤਾਂ ਹੁਣੇ ਲੱਗ ਜਾਂਦਾ ਇੰਡੀਆ। ਫੋਨ ਤਾਂ ਇੱਦ ਵੀ ਤੇਜ਼ ਜਾਂਦਾ ਜਹਾਜ਼ ਤੋਂ ਵੀ। ਇਹ ਸ਼ਕਤੀ ਹੈ। ਤੇ ਮਨ ਨੂੰ ਕਹੋ ਤਾਂ ਹਰਿਮੰਦਰ ਸਾਹਿਬ ਅੱਧਾ ਹਰ ਕਿਹਾ ਸੀਗਾ, ਮਨ ਦੇ ਮੂਹਰੇ ਫੋਟੋ ਆ ਗਈ। ਹਰਿਮੰਦਰ ਸਾਹਿਬ ਪਹੁੰਚ ਵੀ ਗਏ ਆਪਾਂ। ਮਨ ਦੀ ਸ਼ਕਤੀ ਉਸ ਤੋਂ ਵੀ ਤੇਜ਼ ਹੈ। ਇਸ ਕਰਕੇ ਸਾਡੇ ਅੰਦਰ ਜਿਹੜਾ ਮਨ ਹੈ ਇਹੀ ਸਾਰਿਆਂ ਨਾਲੋਂ ਵੱਡੀ ਤਾਕਤ ਹੈ। ਸਤਿਗੁਰੂ ਕਹਿੰਦੇ ਮਨ ਜੀਤਾ ਜਗ ਜੀਤ, ਮਨ ਨੂੰ ਜਿੱਤ ਲੈਣਾ ਕਰੋ। ਗਾਵੇ ਕੋ ਜਾਪੈ ਦਿਸੈ ਦੂਰ, ਉਹ ਜੋ ਪ੍ਰਮਾਤਮਾ ਜਾਣਨੇ ਯੋਗ ਹੈ ਨਾ, ਦਿਸਣੇ ਤੋਂ ਦੂਰ ਹੈ। ਅੱਖਾਂ ਨਾਲ ਦਿਖਦਾ ਨਹੀਂ ਜਦ ਤੱਕ ਉਹਦੀ ਮਰਜ਼ੀ ਨਾ ਹੋਵੇ। ਦੂਰ ਕਿਵੇਂ ਹੈ? ਹੁਣ ਆਪਣੇ ਕੋਲੇ ਵੀ ਨਹੀਂ। ਦੇਖੋ ਐ ਅੰਦਰ ਹਿਰਦੇ 'ਚ ਬੈਠ ਕੇ ਮਿੱਟੀ ਨੂੰ ਸੱਤਾ ਦੇ ਕੇ ਇਹਨੂੰ ਬਲਵਾਉਂਦੇ ਨੇ। ਸੰਗਤ ਨੂੰ ਸੱਤਾ ਦੇ ਕੇ ਕੰਨਾਂ ਰਾਹੀਂ ਸੁਣਨ ਦਾ ਬਲ ਦਿੱਤਾ ਹੋਇਆ। ਪਰ ਮੈਂ ਕਹਾਂ ਪਰਮਾਤਮਾ ਆਪਣੇ ਕੋਲ ਅੰਦਰ ਹਿਰਦੇ 'ਚ ਬਾਹਰ ਹੈ। ਆਪਾਂ ਕਹਾਂਗੇ ਕਿੱਥੇ? ਦਿਖਾਓ ਮੈਨੂੰ। ਮਹਾਰਾਜ ਕਹਿੰਦੇ ਇਸੇ ਕਰਕੇ ਤਾਂ ਹੈ ਕਿ ਉਹਦੇ ਬਲ ਨੂੰ ਕੌਣ ਗਾ ਸਕਦਾ। ਹਰ ਜੀ ਸੂਖਮ ਅਗਮ ਹੈ ਕਿ ਵਿਦ ਮਿਲਿਆ ਜਾਏ। ਗਾਵੇ ਕੋ ਵੇਖੈ ਹਾਦਰਾ ਹਦੂਰ, ਉਹ ਜੋ ਵਾਹਿਗੁਰੂ ਅਕਾਲ ਪੁਰਖ ਹੈ ਨਾ, ਹਦੂਰ ਤੋਂ ਭਾਵ ਪ੍ਰਪੰਚ ਦੇ ਵਿੱਚ, ਸੰਸਾਰ ਦੇ ਵਿੱਚ ਸਭ ਨੂੰ ਆਪਣੇ ਹਾਜ਼ਰ ਵੇਖ ਰਿਹਾ। ਉਹਦੇ ਬਲ ਨੂੰ ਕੌਣ ਗਾ ਸਕਦਾ? ਹਾਜ਼ਰ ਨਾਜ਼ਰ ਜੋ ਸਾਨੂੰ ਸਾਰਿਆਂ ਨੂੰ ਹੁਣ ਦੇਖ ਰਿਹਾ ਹੋ, ਪਰ ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ।
इस अंतरी भाव च कहते ने गावै को कोई कहते इउं गाउंदा हुण जस करके गाउणा, एक तां सी उहनूं, दूसरी तां खोज करके गाउणा शरीक बन के, विरोधी बन के, एक है उहदा श्रद्धालु बन के। गावै को कोई इउं गाउंदा उहदा प्रेमी के वाहिगुरू बहुत दूर है, सचखंड वसै निरंकार, इउं गाउंदा। गावै को वेखै हादरा हदूर, कोई इउं गाउंदा कि वाहिगुरू तो देखो सामने ही देख रहा, वो तो सानू सारे साडियां चीजां नूं देख रहा। वाहिगुरू अकाल पुरख तो आप किते लुके छिपे थोड़ी है, परमात्मा तो सानू सारिਆਂ ਨੂੰ देख ही रहे ने। हुण भी इस नूं प्रगट करन लई चीज नूं मन दे अंदर उसे अनुभव ते अपने आप नूं टिका के वाहिगुरू देख रहा है, इस बेटी नूं लैके सिमरन करना। जय जय पेखों तह हजूर दूर कतौ ना जाई, जय जय पेखों तह हजूर दूर कतौ ना जाई, लख वारी कहो करी जाओ सिमरन बा जय जय पेखो। इहदे च मन इकागर हो जाना पंक्ति च, ज्यों ही मन ने एक होना इस पंक्ति च उन्हें सामने दिख जाना उसे वक्त। मेहनत बहुत करनी पैंदी है, बाकी उहदी मर्जी है। कईयां नूं तां जिवें बाबा अतर सिंह जी मस्तू वालियां को दो प्रेमी आए, कहते महाराज एक शंका, कहते की भाई, कहते सब गोबिंद है, सब गोबिंद है, गोबिंद बिन नहीं कोई, ये किवें हुंदा? कहते अखां बंद करो, कहते हुण खोलो। उन्हां नूं सारे ही किते परमात्मा दी जोत दिखाती, कहते ये तो सारे किते नजर आ रहे हैं। कहते जाओ बस हुण आनंद लाओ। कहते महाराज असीं तां कोई सेवा नहीं, कोई सिमरन नहीं, कोई भगती नहीं, कुछ नहीं कीता, इन्नी वड्डी दात। कहते पिछले जन्म तुसीं प्राप्ति दे नेड़े ही पहुंच गए सी, पर तुहानूं दोनां नूं हौमे हो गई सी। हौमे होण करके एक जन्म परमात्मा ने होर दिता, इस जन्म च बस असीं तुहानूं देना ही सी, जाओ आनंद माणो। तुसीं जदों ये पुछिआ ना आके भी ये किवें हो जांदा, थोड़ी हौमे उदों नीवीं हो गई, खत्म हो गई। इस करके महाराज कहते ने परमात्मा वाहिगुरू है हाजरा हजूरी, पर निमरता नाल दिखते ने। जे कोई कहे मैनूं दिखा कित्थे है, फिर नजर नहीं आउंदे। कोल हुंदियां होइयां धन्ना कहण लग्या तरलोचन ब्राह्मण नूं, आ मेरे कोल खड़े ने। तरलोचन कहण लग्या मैनूं तां नजर नहीं आउंदे। कहंदे महाराज इहनूं दर्शन दिओ। कहना ये चलाक आदमी बड़ा पापी है, इहने तैनूं पत्थर लपेट के देता, एवें गऊ लवेरी लै लई, ਇਹੋ ਜਿਹੇ ਚਲਾਕ ਬੰਦੇ ਨੂੰ मैं दर्शन नहीं दिंदा। इस करके महाराज सच्चे पातशाह कहते ने कि जिहड़ा अकाल पुरख वाहिगुरू नूं देखना चाहे निमरता नाल, बहुती अधीनगी नाल, ਉਹਨੂੰ ਤਾਂ साखियात दिख जाते ने। जिहड़ा आकड़ नाल कहे, हंकार विच कहे, अपनी बल बुद्धि करके कहे, शरीरक बल करके कहे, पैसिਆਂ ਦੇ बल करके कहे, ਉਹਨੂੰ नहीं दिखदे। कथना कथी न आवे टोट, ਉਹਦੀ कथा कथन करदियां होया ਉਹਦਾ अंत नहीं पा सकता कोई, कि मैं इन्नी डूंगी कथा करती, मैं जिन्नी मर्जी कथा करी जावे कोई। सो जिवें आत्मक ज्ञान आपां कथा कीती है, ਉਹਦੇ ਵਿੱਚ ਤਾਂ बिल्कुल अंदर तक ਦੀਆਂ ਸਾਰੀਆਂ ਅਵਸਥਾਵਾਂ ਦਾ ਵੀ कथन आ गया। पर ਇਹ थोड़ी कि ਉਹਦੇ कथा ਦੇ ਕਰਨ ਨਾਲ ਆਪਾਂ ਨੂੰ नजर आउण लग ਜਾਂਦਾ, ਉਹਦਾ एक रस्ता दिखाया। अभ्यासी पुरुष अभ्यास करके ही देख सकते ने, कथन करन दे नाल नहीं तोड़ पै सकती, ਉਹਦਾ अंत नहीं आ सकता। काथ काथ कथी कोटि कोट कोट, करोड़ां ने कथन कीता, पिछे भी तो कीता ही है। करोड़ां ने कथता होके कोटान कोट वेरी ਉਹਦਾ कथा करदियां करदियां ब्रह्म कथ कथ अंत ना पाया। पिछे भी हुण भी अगे भी अंत पाउण दा यतन करनगे लोकी, मैं अंत पा लवांगा, पर उसदा अंत नहीं आ सकता। कथा एक वखरा विषय है, भगती करनी एक वखरी गल है। फिर कथा तो रस्ता दसदी है, नक्शा देख लेना ही पहुंचा नहीं दिंदा है। कथा तो सिर्फ नक्शा घड़ के रख दिंदी है, जिस नाल जीव नूं मन दे अंदर उत्साह पैदा हुंदा है, फल भी मिलता है कथा का। सुन हर कथा उतारी मैल,
पर भगती फिर अपनी करनी पैंदी, क्योंकि भगती तो बिना परमात्मा की प्राप्ति नहीं हुंदी। वैसे कथा भी एक भगती है। 8 घंटे भगती करनी, 1 घंटा कथा करनी है, ये बराबर है। 8 घंटे हल वाह लेना, 1 घंटा कथा करनी, एक बराबर है। इन्ना दिमाग खिंचिया जाता है। पर सतगुरु महाराज सच्चे पातशाह ने एक करन वाले लिए कहा है, हुण सुनन वाले लिए। जो सुनन वाला सुनदा है, जिन्ना चिर सुनदा, जिन्ना चिर कहंदे पत्थर पानी विच है उन्ना चिर गिला है। पानी तो बाहर कढ़ के पत्थर रखिया, देखदियां देखदियां पानी उड गया, सुक गया पत्थर। चूल्हे के उत्ते जिन्ना चिर पानी है उन्ना चिर ही उबलदा। जदों चूल्हे तो ला लईए जां चूल्हा गैस बंद करती, उसे वक्त पानी उबलना हट जाए, थोड़ी देर बाद ठंडा हो जाता है। सो महाराज कहने कथा सुनदियां तो बड़ा मन बनता है, ब्रह्म ज्ञानी बनने नूं जी करदा, सिमरन नूं जी करदा। ज्यों ही कथा सुन के बाहर आए, संसार के कामां ने घेरा पाया, कहने उस वक्त सब कुछ दोनों का ही खत्म हो जाता है। इस करके जे सुनन तो बाद थ्योरी फिर वो प्रैक्टिकल च ले आवे। जे कथा सुन के 1 घंटा बाद सिमरन करे तो प्रैक्टिकली थ्योरी बन जाती, वो फिर वो छेती प्राप्ति होगी। सो इस करके बहुते पुराने समय में महापुरुष ऐसा करते, कथा तो बाद 2-2 घंटे सिमरन करना, बाणी पढ़नी, संगत ने पाठ करना, वो प्राप्ति बहुत छेती हो जाती है। पर जदों सुन ली फिर कहता हुण मैं विचार करांगा, करना तो चाहिए पाठ, इस तरह करना चाहिए करके जीव कई साल कढ़ दिंदा जिंदगी दे, पर उन्होंने प्राप्ति नहीं हुंदी। महाराज कहंदे ने तो इस करके सिद्ध कहण लगे, महाराज मात लोक निवासी जीवां की हस्ती नीवी है, इन्हां दी बुद्धि तुच्छ है। पर देवतियां दी बुद्धि तो बहुत वड्डी हुंदी है, तो ओहदी कथा नूं कथन करन दा तां अंत आ जांदा होवेगा देवतियां पासों। महाराज कहंदे करोड़ां वार विष्णु ने ओहदी कथा नूं कथिया, तुहानूं की पता करोड़ां वार ब्रह्मा ने ओहदी कथा नूं कीता है, करोड़ां वार ही शिव जी ने ओहदी कथा नूं कथित कीता है, पर हाले तक उन्हां नूं अंत नहीं आया। ते आपां जिहड़े तुच्छ बुद्धि वाले जीव आपां कित्थों अंत पा लवांगे। ओहदी जिहड़ी कथा वो कथन योग है, कथी हो के करोड़ां लोकां ने ओहदी कथा नूं कथन कीता है, पर कथना करके ओहदा अंत नहीं पै सकदा। अंत पाउणा अलग मैटर है, अंत तां सिर्फ ओही जानदा है कि ओहदा अंत कितना क वड्डा है, कोई मनुख नहीं जानदा। करते कीमत करता जाना, कह जाना गुरसूरा। ये तो सतगुरु नानक देव जी जानन, दसे स्वरूप जानन, अकाल पुरख वाहिगुरू जाने। बाकी तीजे नूं तां किसी नूं पता ही नहीं भी कितना क वड्डा है। हाँ खुशी हो जाए भावें दिखा देण, जे किसी भगत ते बहुते खुश हुंदे ने उहनूं दिखा सकदे ने। इस करके महाराज कहने जल थल महीप बन तन दुरंत, जे नेत नेत निस दिन हो चरंत। महाराज कहने देखो नेत नेत कथंत बेदा, ना तो उपरले जीव दा अंत पा सकते ने, ना थले आए। त्रिभवन महीप सुर नाल असुर नेत नेत बन तृण कहत। फिर कहने लगे आप जी ने जिस वाहिगुरु दा वो वाहिगुरु अकाल पुरख दी तथा अकथ कही है कथा, वो जीवां नूं पदार्थ दिंदा होया कदे तो थक जांदा होवेगा, आराम करन लग जांदा होवेगा। परमात्मा देंदा दे लैंदे थक पाहे, कहने देंदा जो परमात्मा दातां देण वाला, महाराज कहने वो नहीं थकदा। ये जिहड़े जीव ने ना ये थक जांदे ने, भाव मर जांदे ने, अखीर नूं खत्म हो जांदे ने। बारिक बांगी हों सब कुछ मंगा, देंदे तोट नाही प्रभ रंगा। वाहिगुरू नूं दिंदिआं कोई अंत नहीं, तो दिंदा ही रहिंदा रोज रात दिन। वाहिगुरू तां रात दिन दातां दिंदा है। ते फिर ये नहीं भी जीव जिहड़े ने थोड़ा चिर खा, महीना 2 महीने खा के बंद कर दिंदे ने, जां 100 साल खा के बंद करती, जां एक युग विच खाधा। जुगा जुगंतर खाही खाह, ये जिहड़े जीव ने ना जुगा जुगंतरां तक नवें तो नवें युगां दे विच नवें नवें शरीर धार के जन्म लै लै के पदार्थां नूं खाई तुरे जांदे ने, खाई तुरे जांदे ने, वाहिगुरू देई तुरे जांदे ने। वाहिगुरू दा कोई अंत नहीं है।
वाहिगुरू दा कोई सिरा नहीं है। इस करके तुसीं अपनी तुच्छ बुद्धि नाल ओह गल्लां ना करो जिस करके आपां परमात्मा तो दूर हो सकीए। एक बंदे दे अंदर हुंदी जो करोड़िया सी, करोड़ी मल, जिहदी थां च करतारपुर साहब महाराज ने लंगर लाता। किसी ने दस्सिया भी गुरु नानक पापा जी ने तेरे खेतां च लंगर लाता। हुण महाराज सच्चे पातशाह नाल विरोध करके उठिया मंजे तो, मैं जाके करदा ठीक उन्हां नूं, मैं उन्हां नूं भजाउणा उत्थों। वो जद घोड़ी ते चढ़न लग्या, घोड़ी दा थल्लिओं कोई बेल्ट जी कसी नहीं सी होई, वो ना कसी होण करके सारी काठी जी सणे ही थल्ले डिग्गिया, लत्त टुट गई। 6 महीने पिया रहा। फिर किसी ने कहा गुरु नानक पातशाह इन्ने वड्डे ने, इन्ने वड्डे तूं उन्हां कोल आकड़ के चलिया सी, नीवा होके जा। लत्त ठीक हुई, फिर तुर के गया हौली हौली। एक बार तो घोड़ी ते गया सी, जदों अन्ना हो जा करे फिर मुड़े आया करे, ये कौतक भी वरतिया। जदों फिर नीवा होके गया ना उत्थे, फिर गुरु नानक साहब की कृपा हो गई। इस करके जिहड़ा इंसान है, ਇਹਦੇ अंदर जिहड़ी बुद्धि है, ਇਹਦੇ कोल विद्या, ਇਹਦੇ कोल पैसा, ਇਹਦੇ कोल बल है, ਇਹ बराबरता करन लग जांदा महाराज दी, परमात्मा दी। पीर बुद्धू शाह भी बराबरता करन लग पिया 10वें पातशाह ने। सारे चेलियां ने मत्था टेकिया महाराज नूं, पीर बुद्धू शाह ने जाके हथ मिला लिया, मत्था ना टेकिया भी मेरे चेले की कहणगे। अगे क्वेश्चन करदा महाराज फकीरी की ते राज की, भाव तुसीं कलगी लाई गद्दी ते बैठे हो, फकीर भी बने हुए हो। महाराज हस के कहंदे फकीरी की ते हौमे की। फिर नीवी पा ली, कहंदे चेलियां तो डर गए भी मत्था टेकिया तो चेले की कहणगे। कहंदे इसे हौमे नूं तां मारना सी, ये हौमे तो मार नहीं सके, इसे करके तैनूं पूर्ण प्राप्ति नहीं होई। फिर उठ के मत्था टेकिया, कहंदे चंगा हुण तैनूं प्राप्ति पूर्ण हो जाएगी। इस करके महाराज सच्चे पातशाह कहते ने ये हौमे करके ही मनुख बराबरता करनियां गल्लां करदा सतगुरां दीयां। लोकी हुण भी सतगुरु की बराबरता दीयां गल्लां करन दा यतन करदे ने। कित्थे कोई पहुंच सकदा है, टक्करां टुकरां मार के सब हट जांदे ने, बदनाम हो जांदे ने, परमात्मा सुट दिंदे ने उन्हां नूं। तां सतगुरु महाराज कहंदे ने अकाल पुरख दे असल विच हुक्म विच ही सारी खेड वरत रही है। हुक्मी हुक्म चलाए राह, ये सारा बोलना दस्या होया पहलियां सीढ़ियां या लिख के भी। रारे का कन्ना लम्मा, लम्मी आवाज का राह जिन्ना मर्जी लम्मा करो। हाहे का औंकड़, पर औंकड़ की आवाज हमेशा ही छोटी नहीं हो, इत्थे मुक जाती है। खखे नूं भी पहला आए सी कन्ना खा जिन्ना मर्जी लम्मा, हाहे की सिहारी बहुत छोटी है, इन्हें इत्थे मुक जाना। इस करके अखर नूं उसे ही ढंग नाल बोलदे हो जिस तरह वो बोलिया जा सकदा है। जिवें आपां बोले सी जुगा जुगंतर खाही खाहे, खखे दे कन्ने नूं लम्मा करता, सिहारी अपने आप ही छोटी बोली बोल गई। औंकड़ नूं भी इसे उदां ही बोल जाना, हुक्मी हुक्म चलाए राह। जे आपां कहने हुक्मी हुक्म चलाए राहो, फिर होड़ा बन जाता। इस करके रारे दे कन्ने ने तो कहता भाई मैं बहुत लम्मा बोलिया जा सकदा, औंकड़ कहना मैनू ज्यादा लम्मा ना बोलियो। राह हुक्मी जो परमेश्वर अपने हुक्म अनुसार ना जीवां नूं आपो अपने कर्मां धर्मां रूपी रस्तियां विच चलाउंदा है, वर्ण आश्रमां रूपी रस्तियां च चलाउंदा है। गुरमुखां नूं गुरमुखी रस्ते विच ते मनमुखां नूं मनमुखता वाले रस्ते चलाउंदा है। किसी नूं हिंदुआं वाले रस्ते विच, किसी नूं मुसलमानां वाले रस्ते च। कोई बोले राम राम, कोई खुदाए, कोई सेवा गुसाइयां, कोई अल्लाह है। कारण करण करीम, कृपा धार रहीम रहाओ। कोई नहावे तीर्थ, कोई हज जाए, कोई करे पूजा, कोई सिर नवाए। हुक्मी हुक्म चलाए राह, हुक्मी परमात्मा हुक्म दे राह विच ही हरेक जीव नूं चलाउंदा है। इस करके महाराज कहने नानक बिगसै बेपरवाह। महाराज गुरु नानक देव जी फरमाउंदे जो बेपरवाह वाहिगुरू है ना, असल विच वो खेड खेडदा संसार की बाजी भी देख रहा। संसार बाजी नूं देख के इस तरह प्रसन्न हो रहा जिवें बच्चा अपनी खेड देख के खुश हुंदा। परमात्मा की एक अथ कथा जो सारे जीवां नूं आपो अपने रस्तियां चला रहा है, खेडां खेड रहा है,
ਆਪਾਂ ਕਹਿੰਦੇ ਆ फलाना बंदा ऐ कर, रब ਉਹਨੂੰ ਐ नहीं करता, ਉਹਦੀ मर्जी। ਉਹ ਕਹਿੰਦਾ पूरा मैच देखना मैं, ਜਿਤਾਉਣ ਨੂੰ ਕੀ ਹੈ, ਜਦੋਂ ਮਰਜ਼ੀ ਕਿਸੇ ਨੂੰ ਕੁਝ ਵੀ ਕਰ ਸਕਦਾ, ਉਹਦੀ ਖੇਡ ਹੈ। ਉਹ ਇਹ ਹੁਣ ਦੇਖਦਾ ਜਿਵੇਂ ਹੁਣ ਦਾ ਯੁੱਗ ਚੱਲਦਾ, ਹੁਣ ਉਹਨੇ ਦੇਖਣਾ ਕਿ ਬੰਦਾ ਕਿੰਨਾ ਬੁਰੇ ਤੋਂ ਬੁਰਾ ਬਣ ਸਕਦਾ, ਕੁਝ ਨਹੀਂ ਕਹਿੰਦਾ। ਪਰ ਜਿੱਦਣ ਸਹੀ ਰਸਤੇ ਤੇ ਲਿਆਉਣਾ, 1 ਸਕਿੰਟ ਵੀ ਨਹੀਂ ਲਾਉਣਾ। ਸਕਿੰਟ ਤਾਂ ਬਹੁਤ ਜ਼ਿਆਦਾ, ਸਕਿੰਟ ਦਾ 1000ਵਾਂ ਹਿੱਸਾ ਵੀ ਨਹੀਂ ਲੱਗਣਾ। ਇਹ ਪ੍ਰਮਾਤਮਾ ਦੀ ਮਿਹਰ ਹੀ ਹੈ, ਉਹਦੀ ਨਜ਼ਰ ਹੀ ਹੈ ਜਿਵੇਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਉਹਨੇ ਸਹੀ ਰਸਤੇ ਤੇ ਲਾਉਣਾ ਬੰਦੇ ਨੂੰ, ਅੰਦਰੋਂ ਹੀ ਪ੍ਰੇਰਣਾ ਦੇ ਦੇਣੀ, ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੂ ਮਾਨਸਾ। ਕਿਵੇਂ? ਇੱਕ ਅੰਤਰੀਵ ਭਾਵ ਦੁਆਰਾ ਇਸ ਚੀਜ਼ ਨੂੰ ਸਮਝਣ ਲਈ ਸੋ ਸ਼੍ਰਵਣ ਕਰੀਏ। ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਹ ਹੁਣ ਇੱਕ ਅੰਤਰੀਵ ਅਰਥ ਹੈ ਇਹਦਾ। ਕਹਿੰਦੇ ਜੁਗਾ ਜੁਗੰਤਰ ਤੋਂ ਭਾਵ ਵੈਰਾਗ ਹੁੰਦਾ, ਇੱਕ ਵਿਵੇਕ ਹੁੰਦਾ, ਇੱਕ ਖਤ ਸੰਮਤੀ ਹੁੰਦੀ ਹੈ, ਮੋਖ ਇੱਛਾ ਰੂਪ ਜੁਗ ਅੰਤਰ ਹੁੰਦਾ। 4 ਸਾਧਨਾਂ ਅੰਦਰ ਜੁਗ ਜੁੜ ਕੇ ਜਿਗਿਆਸੂ ਗੁਰਾਂ ਪਾਸ ਆ ਕੇ ਸੇਵਾ ਕਰੇ ਤਾਂ ਦੇਦਾ। ਗੁਰੂ ਸਾਹਿਬ ਜੀ ਨਾਮ ਦਾ ਉਪਦੇਸ਼ ਦਿੰਦੇ ਨੇ, ਫਿਰ ਤਦੋਂ ਇਹ ਜੀਵ ਫਿਰ ਲੈਂਦੇ ਨੇ। ਜਿਗਿਆਸੂ ਉਪਦੇਸ਼ ਤੋਂ ਲੈ ਕੇ ਖਾਹੀ ਖਾਹੇ, ਸ਼ੁਭ ਗੁਣਾਂ ਦੇ ਖਾਣ ਵਾਲੇ ਕੰਮ ਆਦਿਕ ਆਸਰੀ ਸੰਪਦਾ ਨੂੰ ਖਾਹੇ ਦਾ ਭਾਵ ਹੁੰਦਾ, ਅਭਾਵ ਕਰਦੇ ਨੇ। ਮੇਰੇ ਲਈ ਬੋਲਣਾ ਸੌਖਾ, ਮੈਨੂੰ ਸਮਝ ਵੀ ਲੱਗਦੀ, ਪਰ ਜਦੋਂ ਤੱਕ ਇਹ ਚੀਜ਼ਾਂ ਸਾਰੀਆਂ ਵਿਦਾਂਤ ਵਿੱਚ ਆ ਜਾਂਦੀਆਂ ਨੇ, ਉੱਥੋਂ ਫਿਰ ਇਹਨਾਂ ਚੀਜ਼ਾਂ ਨੂੰ ਜੋ ਲਿਆਉਣੇ ਆ। ਖਾਹੇ ਦਾ ਅਰਥ ਹੁੰਦਾ ਖਾਣਾ। ਖਾਹੇ ਦਾ ਅਰਥ ਇੱਕ ਵੱਖਰਾ ਵੀ ਹੁੰਦਾ ਕਿ ਚੀਜ਼ ਨੂੰ ਖਾਹੇ ਦਾ ਅਰਥ ਖਤਮ ਕਰ ਦਿੱਤਾ। ਇਸ ਕਰਕੇ ਆਸਰੀ ਸੰਪਦਾ ਹੁੰਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਤਿਗੁਰੂ ਜੀ ਤੋਂ ਲੈਣ ਵਾਲੇ ਹੋ ਕੇ ਜਦੋਂ ਗੁਰਸਿੱਖਾਂ ਨੇ ਪ੍ਰਾਪਤੀ ਕੀਤੀ ਵੈਰਾਗ ਦੀ, ਵਿਵੇਕ ਦੀ, ਖਟ ਸੰਪਤੀ ਦੀ, ਸਾਮ ਦਾਮ ਸਰਦਾ ਤੀਸਰੇ, ਸਮਾਧਾਨ ਉਪਰਾਮ, ਛਟੀ ਤੀਛਾ ਜਾਨੀਆਂ, ਭਿੰਨ ਭਿੰਨ ਇਹ ਨਾਮ। ਇਹ ਸਾਰਾ ਪਹਿਲਾਂ ਭਰਿਆ ਜਾ ਚੁੱਕਿਆ ਆਤਮਿਕ ਕਥਾ ਦੇ ਵਿੱਚ। ਸੋ ਇਸ ਕਰਕੇ ਆਤਮਿਕ ਕਥਾ ਸੁਣਨੀ ਬੜੀ, ਉਹ ਵੀ ਆਪਾਂ ਨੂੰ 10 ਵਾਰੀ ਸੁਣਨੀ ਪੈਣੀ, ਤਾਂ ਜਾ ਕੇ ਉਹਦੀ ਇੱਕ ਇੱਕ ਅੱਖਰ ਦੀ ਸਮਝ ਲੱਗਣੀ। ਜਪਜੀ ਸਾਹਿਬ ਦੀ ਪਹਿਲੀ ਕਥਾ ਪਹਿਲਾਂ ਇਹਨੂੰ ਸੁਣ ਕੇ ਫਿਰ ਉਹ ਕਥਾ ਸੁਣਨੀ, ਫਿਰ ਉਹਦੇ ਵਿੱਚ ਡੂੰਘਾਈ ਬਹੁਤ ਜ਼ਿਆਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਫਿਰ ਜਿਹੜੇ ਸੰਤ ਮਹਾਤਮਾ ਨੇ, ਦੁਨੀਆ ਤਾਂ ਖਾਂਦੀ ਨਾ ਪਦਾਰਥਾਂ ਨੂੰ, ਤੇ ਇੱਥੇ ਰੱਬ ਦੇ ਪਿਆਰੇ ਕਹਿੰਦੇ ਨੇ ਦੁਨੀਆ ਨੂੰ ਤਾਂ ਦੇਦਾ ਦੇ, ਲੈਂਦੇ ਥੱਕ ਪਾਏ। ਦੁਨੀਆ ਨੂੰ ਤਾਂ ਦੇਈ ਜਾਂਦਾ ਖਾਣ ਨੂੰ, ਪਹਿਨਣ ਨੂੰ, ਪੈਸਾ ਪਦਾਰਥ, ਉਹ ਦੇਂਦਾ ਦੇ, ਲੈਂਦੇ ਥੱਕ ਤੋਂ ਲੈ ਲੈ ਕੇ ਫਿਰ ਖਤਮ ਹੋ ਜਾਂਦੇ, ਸਰੀਰ ਛੱਡ ਜਾਂਦੇ ਨੇ। ਪਰ ਰੱਬ ਦੇ ਪਿਆਰਿਆਂ ਨੂੰ ਦੇਦਾ ਦੇ, ਲੈਂਦੇ ਥੱਕ ਪਾਹੇ, ਇਹਨਾਂ ਨੂੰ ਦੇਈ ਜਾਂਦਾ ਵਿਰਾਗ, ਵਿਵੇਕ, ਖਟ ਸੰਮਤੀ, ਮੋਖ ਇੱਛਾ। ਇਹ ਲੈ ਲੈ ਕਰਕੇ ਰੱਬ ਦੇ ਪਿਆਰੇ ਉਹਦਾ ਆਨੰਦ ਮਾਣਦੇ ਨੇ ਚੀਜ਼ ਦਾ। ਸੋ ਇਹ ਲੈ ਲੈ ਕਰਕੇ ਥੱਕ ਪਾਹੇ, ਥੱਕ ਹੁੰਦਾ ਰੁਕ ਜਾਣਾ, ਉਧਰੋਂ ਵਿਕਾਰਾਂ ਵੱਲੋਂ ਰੋਕ ਕੇ ਉਹ ਦਿੱਤੀ ਹੋਈ ਦਾਤ ਸ਼ੁਭ ਗੁਣਾਂ ਦੀ ਉਹਨਾਂ ਨੂੰ ਕਮਾਉਣ ਲੱਗ ਜਾਂਦੇ ਨੇ, ਤੇ ਇੱਕ ਵਾਰੀ ਕਮਾਈ ਕਰਕੇ ਯੁੱਗਾਂ ਤੱਕ ਖਾਣ ਜੋਗਾ ਜਮ੍ਹਾਂ ਕਰ ਲੈਂਦੇ ਨੇ। ਭਾਵ ਲੰਬੇ ਸਮੇਂ ਤੱਕ ਨਾਮ ਰਸ ਨੂੰ ਇਕੱਤਰ ਕਰ ਲੈਂਦੇ ਨੇ। ਖਾਣੇ ਜੋ ਬ੍ਰਹਮਾਨੰਦ ਨੂੰ ਖਾਹੇ ਦਾ ਅਰਥ ਹੁੰਦਾ ਧਾਰਨ ਕਰਨਾ। ਤਾਂ ਥੱਕ ਪਾਹੇ, ਤਾਂ ਜਨਮ ਮਰਨ ਵੱਲੋਂ ਰਹਿਤ ਹੁੰਦੇ। ਥੱਕ ਗਏ ਜਨਮ ਮਰਨ ਤੋਂ, ਭਾਵ ਰਹਿਤ ਹੋ ਗਏ, ਹੁਣ ਜਨਮ ਮਰਨ ਨਹੀਂ ਹੈ। ਇਸ ਤਰ੍ਹਾਂ ਉਹਦੀ ਪ੍ਰਾਪਤੀ ਹੁੰਦੀ ਹੈ। ਹੁਕਮੀ ਕੌਣ ਹੈ ਇੱਥੇ? ਗੁਰੂ ਸਾਹਿਬ ਜੀ ਆਪਣੇ ਹੁਕਮ ਅਨੁਸਾਰ ਗੁਰਸਿੱਖਾਂ ਨੂੰ ਵਿਰਾਗ ਗਿਆਨ ਰੂਪੀ ਰਸਤੇ ਚਲਾਉਂਦੇ ਨੇ। ਤੇ ਮਹਾਰਾਜ ਕਥਨ ਕਰਦੇ ਹੋ, ਉੱਤਮ ਜਿਗਿਆਸੂ ਬੇਪਰਵਾਹ ਪਰਮੇਸ਼ਰ ਨੂੰ ਪਾ ਕੇ ਫਿਰ ਆਨੰਦ ਹੋ ਜਾਂਦੇ ਨੇ। ਨਾਨਕ ਵਿਗਸੈ ਬੇਪਰਵਾਹ। ਕਿਉਂ? ਤੀਸਰੀ ਪੌੜੀ ਵਿੱਚ 149 ਅੱਖਰ ਕੁੱਲ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਇਸ ਤਰ੍ਹਾਂ ਸਤਿਗੁਰੂ ਨੇ ਅੰਤਰੀਵ ਭਾਵ ਵੀ ਦੱਸੇ ਦੇ ਵਿੱਚ ਅੰਤਰੀਵ ਭਾਵ ਸਿਰਫ ਅੰਤਰੀਵ ਭਾਵ ਜੇ 100 ਜਣਾ ਬੈਠਾ ਉਹ 'ਚ ਇੱਕ ਜਣਾ ਅੰਤਰੀਵ ਭਾਵ ਦਾ ਜਿਗਿਆਸੂ ਹੁੰਦਾ। ਪਰ ਦੇਖ ਲੈਣਾ ਚੰਗਾ ਹੁੰਦਾ, ਸੁਣ ਲੈਣਾ ਚੰਗਾ ਹੁੰਦਾ। ਹੋ ਸਕਦਾ ਕਦੇ ਆਪਣੀ ਵੀ ਅਵਸਥਾ ਉੱਥੇ ਚਲੀ ਜਾਵੇ। ਅੰਤਰੀਵ ਅਰਥਾਂ ਦਾ ਇੱਕ ਵੱਖਰਾ ਹੀ ਆਨੰਦ ਹੈ। ਜਿਹੜੇ ਫਿਰ ਮਹਾਂਪੁਰਸ਼ਾਂ ਦੇ ਨਾਲ ਰਹਿਣ ਵਾਲੇ ਹੁੰਦੇ ਨੇ ਪ੍ਰੇਮੀ, ਸੋ ਜਿਵੇਂ ਸੰਤ ਬਾਬਾ ਜਗਜੀਤ ਸਿੰਘ ਜੀ ਨੇ, ਉਹਨਾਂ ਨਾਲ ਜਿਹੜੇ ਪ੍ਰੇਮੀ ਰਹਿੰਦੇ ਨੇ, ਟਕਸਾਲਾਂ ਵਿੱਚ ਰਹਿੰਦੇ ਨੇ, ਜਾਂ ਹੋਰ ਕੇ ਸੰਪਰਦਾਵਾਂ 'ਚ ਰਹਿਣ ਵਾਲੇ ਸੰਤਾਂ ਮਹਾਤਮਾ ਨਾਲ ਨੇ, ਜਾਂ ਕਈ ਫਿਰ ਡੂੰਘਾਈ ਨਾਲ ਵਿਚਾਰ ਕਰਨ ਵਾਲੇ ਵਿਦਵਾਨ ਨੇ, ਉਹ ਅੰਤਰੀਵ ਅਰਥਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ।
कि ये साडे मतलब की गल की। जे दुनियावी लोगों को अर्थ करिए देंदा दे लैंदे थक पाए, वो सिर्फ पदार्थां तक ही सोचते हैं कि पता नहीं परमात्मा पदार्थ ही दिंदा ते असीं लै लै के थक जाने, भाव चढ़ाइयां कर जाने, जुगां जुगां च बंदा खांदा, आपां इन्ना ही अर्थ सोचना। पर जदों रब दे प्यारे अर्थ सोचना, कहने देदा दे लैंदे थक पाए, वो वाहिगुरू देण वाला होके नाम दान, सिੱਖੀ दान, भरोसा दान सब दिंदा है ते लैण वाला ਉਹਦੇ नाम लैके ਅੰਮ੍ਰਿਤਸਰ के दर्शन स्नान करके थक पाए का मतलब जन्म मरण कट लैंदा अपना ते जुगां जुगंतर खाही खाए। सो जुगां जुगंतर तक जिग्यासू उपदेश लैण वाले होके उपदेश लैके काम क्रोध अपने अंदरों खत्म करके परमात्मा दे विच ही लीन हो जाते हैं, खा ही लैंदे ने, विषयां नूं खत्म कर दिंदे ने ਅਤੇ परमात्मा में लीन होके सतगुरु की आग्या अनुसार चल के परमात्मा की प्राप्ति करके परमेश्वर की प्राप्ति करके आनंद विच चले जाते हैं। बेप्रवाह विरस रब दे प्यारे ब्रह्म ज्ञानी बेप्रवाह हो जाते हैं, खुश रहने सदा रंग हसै रंग रोवै, चुप पी कर जाहे प्रवाह नाही किसै तेरी बाझ सच्चे नाह, नाह नहीं कहना नाह, नन्ने कन्ना हाहा मुक्ता, नाह मतलब पति परमात्मा। क्यों सतगुरु महाराज ने तीसरी पौड़ी के अंदर बख्शिशां कीतियां ने। पहला जो कथा हुई सी तो एक पौड़ी ही 5-5 दिन चलती, 10-10 दिन कई बार लंघ जाने। हुण आपां सिर्फ कोशिश करते हैं कि इक्को दिन दे विच 2-2 पौड़ियां भी हो जाण जां एक पौड़ी होवे, तां किते जाके भी बिल्कुल सादे ही अर्थ ने। संगत ने तो कहना साडे लई बहुत अच्छा भी बिल्कुल सादा, पर जिहड़े विद्वान बैठे ने थां थां दे उत्ते वो फिर मेरे वर्गे नूं कहणगे तैनूं आउंदा ही कुछ नहीं, तूं तो सुणाया ही कुछ नहीं, इह निआणिआं नूं अर्थ करके आ गए छोटे छोटे। फिर इस करके उन्हां तो भी डर लगदा, माड़ा मोटा उन्हां वास्ते भी चोगा रखीदा भी नहीं है तो मैनूं पता इस गल दा भी आपां तरीफ भाव सुणाउणे आ। पर जिहड़ी संगत नवां विद्यार्थी है बिल्कुल ही उन्हूं तो बहुता ही निआणिआं वांगू उड़ा उड़ा पढ़ाउणा पैंदा। इस करके सादे सादे अर्थ श्रवण इत्थे करने, फिर दूजी सीढ़ी जपजी साहब की फिर उहदे च करने। फिर किते समा बन गया ये सारी कथा तो बाद फिर एक बार जपजी साहब की ज्यादा कथा करांगे, ज्यादा जे महाराज ने भाया तो। हुण जिहड़ी भरी सी पहलां 60% ही है, ते जे फिर 100% तो नहीं कर सकता कोई, 90 तक फिर करके सारियां वास्ते सांझी संपूर्ण कथा सतगुरु आपे कराउण सिर ते हथ रख के। क्यों गुरां ने आपां नूं इस पौड़ी दे राही कहा आ रब दा अंत पाउण दा यतन ना करो, किसी गल राही जो गुरां ने कहा मन के जस करो, बस वाह भी रब्बा सानू आ दिता करके उहदा जस करी जाओ। जस करदियां करदियां वाहिगुरू दी कृपा हुंदी है, क्यों उहदे गुणां दा गायन नाम दा जाप हर वक्त करदे रहिए। सतगुरु महाराज दा सो साध संगत धन गुरु तेग बहादुर साहब दा शहीदी दिहाड़ा भी है, संसार भर च मना रही संगतां। तो शाम नूं महाराज की शहीदी संबंध विच भी विचारां करांगे। तेग बहादुर के चलत भयो जगत को सोग, है सब जग भयो, जय 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 सिख लोक। क्यों महाराज नौवें पातशाह ने शहीदी पाई, भाई मती दास जी ने, भाई दयाला जी ने, भाई सती राम जी ने और बाबा बुढ़ा जी की कोल विचों भाई गुरदित्ता जी होया एक, वो भी महाराज दे नाल सी। उहनूं सतगुरु ने भाई जैता जी नाल ही जेल चों बाहर कढ़ दिता। कहंदे महाराज मैनूं की हुक्म है, कहंदे जिवें तेरा चित्त करे कर लई। उहने जद सुनिया कि नौवें पातशाह शहीद हो गए ने, उहने भी इशनान कीता, जपजी साहब पढ़ के चादर लैके शरीर छड्ड गया सी। वो भी इउं चौथी शहीदी ये भी हैगी, ये आम नहीं पता, कथा सुनने वालियां नूं पता। सो ये 4 गुरसिखां दीयां शहीदियां और नाल महाराज की शहीदी। इस शहीदी दे नाल सतगुरु महाराज सच्चे पातशाह ने सारा ही पलटा मार दिता और नरंगा फिर दिल्ली च नहीं टिक सकिया, क्योंकि महाराज सच्चे पातशाह नूं शहीद किया कोई छोटी जी गल नहीं है। सतगुरु के भाणे अंदर सारा कुछ होया। पंजवियां ने शहीदी पाई, नौवियां ने पाई, फिर खंडे भी खड़काए। क्यों सतगुरु महाराज सच्चे पातशाह ने बख्शिशां कीतियां अपने ते। शाम नूं सरवण करांगे। आओ एक मन हो के हुण परमात्मा दा नाम लईए, वाहिगुरू दीयां खुशियां लईए। वाहिगुरू वाहिगुरू वाहिगुरू
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਗੁਰ ਪੂਰਾ ਭਇਆ ਕਿਰਪਾਲ ਸਤਿਗੁਰ ਪੂਰਾ ਭਇਆ ਕਿਰਪਾਲ ਸਤਿਗੁਰ ਪੂਰਾ ਹਿਰਦੈ ਵਸਿਆ ਸਦਾ ਗੋਪਾਲ ਹਿਰਦੈ ਵਸਿਆ ਸਦਾ ਗੋਪਾਲ ਹਿਰਦੈ ਵਾਹਿਗੁਰੂ 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 ਵਾਹਿਗੁਰੂ